सुपन चरित्र चित्र बानक बने बचित, पावन पवित्र मित्र आज मोर आए हैं। पावन पवित्र मित्र आज मोर आए हैं, आज मोर आज मोर आज मोर आए हैं। आज मोर आज मोर आज मोर आए हैं। चातुक शब्द सुन अखियां उघर गई, पाई जल मीन गत फिर है जगाए हैं। चातुक शब्द सुन अखियां उघर गई, पाई जल मीन गत फिर है जगाए हैं। पाई जाल मीन गत फिर है जगाए हैं। पाई जाल मीन गत फिर है जगाए हैं। आज मोर आज मोर आज मोर आए हैं। आज मोर आज मोर आज मोर आए हैं। सुपन चरित्र चित्र बानक बने बचित्र, सुपन चरित्र चित्र बानक बने बचित्र, पावन पवित्र मित्र आज मोर आए हैं। पावन पवित्र मित्र आज मोर आए हैं। आज मोर आज मोर 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 आए। आप जी दे पावन पवित्र स्थान तखत सचखंड श्री हजूर श्री अफजल नगर साहब विखे शब्द कीर्तन दी हाजरियां भरदे हां। शब्द कीर्तन दे सत्कार वजों बेअंत संगतां नूं बेअंत शब्द भेट माया हाजिर करदे हन। पातशाह जी नाम आप जानी जान हो सबना नूं अपने दरों करो नामदान, सिक्खी सदक भरोसा दान बख्श के निहाल करना, आसा मनसा पूर्ण करने, कार्य रास करनी, यात्रा सफली करनी। संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सर्व सुख हर नाम बढ़ाए, गुर प्रसाद नानक मत पाए। श्लोक पौन गुरु पानी पिता माता धरत महत, दिवस रात दाई दाया खेले सकल जगत, जगियाया बुरियाया वाचे धर्म दूर, कर्मी आपो अपनी के नेड़े के दूर। जिन्हीं नाम ते आया गए
ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਜੀ ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ।
ਪਏ। ਸਿਰੇ ਤੀਰ ਪਰ ਪਿਖੈ ਪ੍ਰਵਾਹੂ, ਸ਼ਿਆਮਲ ਰੰਗ ਤਰੰਗਣ ਤਾਹੂ। ਗੁਰ ਸੋ ਬੂਝਨ ਕੀਨ ਪਿਰਾਣੇ, ਮਜਨੂ ਕੌਣ ਪਇਓ ਸਭ ਜਾਣੇ। ਸਿਰੇ ਤੀਰ ਪਰ ਪਿਖੈ ਪ੍ਰਵਾਹੂ, ਸ਼ਿਆਮਲ ਰੰਗ ਤਰੰਗਣ ਤਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਕਲਗੀਧਰ ਪਿਤਾ, ਪੰਥ ਦੇ ਵਾਲੀ, ਫੌਜਾਂ ਦੇ ਮਾਲਕ, ਵਾਲੀਏ ਦੋ ਜਹਾਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ, ਵਡਭਾਗੀ ਹੋ, ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨੰਦੇੜ ਵਿਖੇ ਦਰਸ਼ਨ ਕਰਨ ਦਾ, ਗੁਰੂ ਚਰਨਾਂ ਦਾ ਪਰਸਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਮਹਾਰਾਜ ਜੀ ਵੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਿਰਤਾਰਥ ਸਫਲਾ ਕਰ ਰਹੇ ਹਨ। ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਵੇਂ ਕਿ ਸਾਧ ਸੰਗਤ ਜੀ, ਗੁਰੂ ਕੇ ਜੋ ਇਤਿਹਾਸਕ ਸਥਾਨ ਹਨ, ਗੁਰੂ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ, ਗੁਰੂ ਮਹਾਰਾਜ ਜੀ ਦੇ ਬਚਨਾਂ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਥਾ ਗੁਰ ਇਤਿਹਾਸ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਗੁਰੂ ਸਥਾਨਾਂ 'ਤੇ ਹੁੰਦੀ ਹੈ। ਤਖਤ ਸਾਹਿਬ 'ਤੇ ਵੀ ਸਦੀਆਂ ਤੋਂ ਜੋ ਹੈ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲਦੀ ਆ ਰਹੀ ਹੈ, ਜੋ ਕਿ ਪ੍ਰਸੰਗ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਪੰਜ ਪਿਆਲੇ ਪੰਜ ਪੀਰ, ਛਠਾਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੇ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਭਾਵ ਕੇ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਦਿੱਲੀ ਵਿੱਚ ਜਦੋਂ ਨਿਵਾਸ ਕੀਤਾ, ਗਵਾਲੀਅਰ ਦੇ ਕਿਲੇ ਤੋਂ ਆ ਕੇ ਬੇਅੰਤ ਸੰਗਤਾਂ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੀਆਂ ਹੈ। ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਪੰਚਾਮ੍ਰਿਤ ਪਹੁਲ ਦੇ ਕੇ ਸਿੱਖ ਤਿਆਰ ਕਰਨੇ, ਸਤਿਗੁਰੂ ਮਹਾਰਾਜ ਨੇ ਬੇਅੰਤ ਸੰਗਤਾਂ ਨੂੰ ਪੰਚਾਮ੍ਰਿਤ ਚਰਨਾਂ ਦੀ ਪਹੁਲ ਦੇ ਕੇ ਸਿੱਖ ਬਣਾਇਆ ਹੈ। ਗੁਰੂ ਕੇ ਸੰਗਤਾਂ ਦਰਸ਼ਨ ਕਰਕੇ ਮਨ ਭਾਉਂਦੇ ਮਨ ਇੱਛਤ ਫਲ ਪਾ ਰਹੀਆਂ ਹੈ। ਉੱਥੇ ਜੋ ਜਹਾਂਗੀਰ ਹੈ, ਉਸਨੇ ਆਪਣੇ ਦੀਵਾਨ ਚੰਦੂ ਨੂੰ ਆਪਣੇ ਸਿਰੋਂ ਭਾਰ ਲਾਉਣ ਦੇ ਵਾਸਤੇ ਗੁਰੂ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਹੈ। ਜਦੋਂ ਕਿ ਬਾਦਸ਼ਾਹ ਵੀ ਉਨਾ ਹੀ ਦੂਣਾ ਸਗੋਂ ਗੁਰੂ ਘਰ ਦਾ ਦੋਸ਼ੀ ਸੀ, ਪਰ ਉਹ ਆਪਣੇ ਆਪ ਤੋਂ ਦੋਸ਼ ਹਟਾਉਣ ਵਾਸਤੇ ਚੰਦੂ ਨੂੰ ਗੁਰੂ ਸਾਹਿਬ ਕੋਲ ਪਕੜਾ ਕੇ ਆਪ ਸੱਚਾ ਸਾਬਤ ਹੋਣਾ ਚਾਹੁੰਦਾ ਸੀ। ਸੋ ਚੰਦੂ ਦੀ ਜੋ ਹਾਲਤ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਹੋ ਰਹੀ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਹੁਣ ਸ਼ਸਤਰਧਾਰੀ ਹੋ ਕੇ ਜ਼ੁਲਮ ਦਾ ਨਾਸ ਕਰਨਾ, ਜ਼ੁਲਮ ਸਹਿਣਾ ਨਹੀਂ ਹੈ।
ਛੇਵੇਂ ਪਾਤਸ਼ਾਹ ਮਹਾਰਾਜ ਉਹਨਾਂ ਬਚਨਾਂ ਦੇ ਪਹਿਰਾ ਦਿੰਦੇ ਹੋਏ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਹੀ ਛੇਵੀਂ ਜੋਤ ਵਿੱਚ ਕੌਤਕ ਵਰਤਾ ਰਹੇ हैं। ਤੇ ਸਤਿਗੁਰੂ ਕੇ ਬਚਨਾਂ ਅਨੁਸਾਰ ਜੋ ਚੰਦੂ ਸਤਿਗੁਰੂ ਕੇ ਹਵਾਲੇ ਹੈ ਵੀ ਇਸ ਦੇ ਜੋ ਸਿੱਖ ਸੰਗਤ ਸਾਡੇ ਕੋਲ ਆ ਰਹੀ ਦਰਸ਼ਨ ਕਰਨ ਵਾਸਤੇ, ਉਹ ਇਸ ਦੁਸ਼ਟ ਦੇ 5 ਜੁੱਤੀਆਂ ਮਾਰੇ, ਉਸ ਤੇ ਸਾਡੀ ਬੜੀ ਪ੍ਰਸੰਨਤਾ ਹੋਵੇਗੀ। ਸੋ ਸਿੱਖ ਗੁਰੂ ਕੇ ਬਚਨ ਸੁਣ ਕੇ ਵੀ ਇਹਦੇ ਵਿੱਚ ਤੇ ਕੋਈ ਔਖੀ ਗੱਲ ਹੀ ਨਹੀਂ ਹੈ, ਜਿਸ ਕਰਕੇ 5 ਜੁੱਤੀਆਂ ਚੰਦੂ ਦੇ ਮਾਰ ਰਹੇ ਹੈ। ਕੋਈ ਇਹਦੇ ਸਿਰ 'ਚ ਘੱਟਾ ਪਾ ਰਿਹਾ ਹੈ, ਕੋਈ ਇਸ ਨੂੰ ਠੁੱਡੇ ਮਾਰਦਾ, ਜਿਸ ਕਰਕੇ ਦੀ ਬਹੁਤ ਬੁਰੀ ਹਾਲਤ ਹੈ। ਤੇ ਵੇਖਣ ਵਾਲੇ ਕਹਿ ਰਹੇ ਆ ਵੀ ਦੁਸ਼ਟ ਨੇ ਬੜੀ ਦੁਸ਼ਟਤਾ ਹੀ ਕੀਤੀ ਸੀ। ਜੋ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਸਨ, ਇਸ ਨੇ ਵੀ ਉਹਨਾਂ ਨੂੰ ਬੜੀ ਜਿਹੜੇ ਕਰੈਤ ਦੇ ਨਾਲ ਸ਼ਹੀਦ ਕੀਤਾ ਸੀ। ਉਸ ਦਿਨ ਇਹ ਦੀਵਾਨ ਸੀ ਤੇ ਸਮਝਦਾ ਸੀ ਵੀ ਮੈਨੂੰ ਕੁਝ ਨਹੀਂ ਹੋ ਸਕਦਾ, ਪਰ ਅੱਜ ਸਮੇਂ ਦਾ ਗੇੜ ਵੇਖੋ, ਜਿਸ ਕਰਕੇ ਸਾਧ ਸੰਗਤ ਜੀ ਚੰਦੂ ਜਿਹੜੀ ਆਪਣੀ ਸਜ਼ਾ ਪਾ ਰਿਹਾ। ਜਿਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ। ਇਸ ਤਰ੍ਹਾਂ ਵਿਸਥਾਰ ਸਹਿਤ ਆਪ ਜੀ ਨੇ ਪ੍ਰਸੰਗ ਸੁਣਿਆ ਹੀ ਹੈ ਕਿ ਮਹਾਰਾਜ ਮਜਨੂ ਦਾ ਟਿੱਲਾ ਜੋ ਹੈ, ਉੱਥੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵੀ ਆਪਣੇ ਸਮੇਂ ਵਿੱਚ ਬਿਰਾਜਮਾਨ ਹੋਏ ਸੀ, ਉੱਥੇ ਸਤਿਗੁਰੂ ਜੀ ਨੇ ਬੜਾ ਕੀਤਾ ਹੈ। ਸੋ ਪਿਛੇ ਪ੍ਰਸੰਗ ਵਿਸਥਾਰ ਨਾਲ ਸਰਵਣ ਕਰ ਹੀ ਲਿਆ ਹੈ। ਆਓ ਜਿਵੇਂ ਕਥਾ ਵਿਚਾਰ ਅੱਜ ਦੇ ਦੀਵਾਨ ਵਿੱਚ ਆ ਰਹੀ ਆਪਾਂ ਸਰਵਣ ਕਰੀਏ ਜੀ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਕੋਈ ਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਥਿਰੇ ਤੀਰ ਪਰ ਪਿਖ ਹੈ ਪ੍ਰਵਾਹੂ। ਗੁਰੂ ਮਹਾਰਾਜ ਜੀ ਦੇ ਨਾਲ ਗੁਰੂ ਕੇ ਸਿੱਖ ਹੈ, ਜਿਨ੍ਹਾਂ ਵਿੱਚੋਂ ਨਾਮੀ ਸਿੱਖ 8 ਸਿੱਖ, ਭਾਈ ਜੇਠਾ, ਭਾਈ ਪ੍ਰਾਣਾ, ਭਾਈ ਲੰਗਾ, ਇਸੇ ਤਰ੍ਹਾਂ ਭਾਈ ਕਿਰਪਾਲਾ ਜਲੂਕੋ, ਹੋਰ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਦੇ ਪਾਸ ਹੀ ਖੜੇ ਸਨ। ਤੇ ਜਮਨਾ ਨਦੀ ਦੇ ਕਿਨਾਰੇ ਖੜੇ ਜਦੋਂ ਹੋਏ ਹੈ, ਮਹਾਰਾਜ ਜੀ ਦਰਸ਼ਨ ਕਰ ਰਹੇ ਸਨ, ਜਲ ਦਾ ਪ੍ਰਵਾਹ ਵੀ ਦੇਖ ਰਹੇ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਕਿਨਾਰੇ ਉੱਪਰ ਖੜੇ ਹੋ ਕੇ ਉਸ ਜਮਨਾ ਨਦੀ ਦੇ ਜਲ ਦੇ ਪ੍ਰਵਾਹ ਨੂੰ ਦੇਖ ਰਹੇ ਸਨ। ਸ਼ਿਆਮਲ ਰੰਗ ਤਰੰਗਣ ਤਾਹੂ। ਉਸ ਜਮਨਾ ਨਦੀ ਦਾ ਜੋ ਰੰਗ ਹੈ, ਉਹ ਕਾਲੇ ਰੰਗ ਦੀਆਂ ਤਰੰਗਾਂ ਉੱਠ ਰਹੀਆਂ ਸਨ ਜਲ ਦੀਆਂ। ਗੁਰ ਸੋ ਬੂਝਨ ਕੀਨ ਪਿਰਾਣੇ। ਉਸ ਵੇਲੇ ਭਾਈ ਜੇਠਾ ਦੇ ਭਾਈ ਪ੍ਰਾਣਾ ਜੀ ਨੇ ਸਤਿਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਪੁੱਛਣਾ ਕੀਤਾ, ਮਜਨੂ ਕੌਣ ਪਇਓ ਸਭ ਜਾਣੇ। ਸਤਿਗੁਰੂ ਮਹਾਰਾਜ ਜਿਸ ਸਥਾਨ ਤੇ ਆਪਾਂ ਖੜੇ ਆ, ਇਹਨੂੰ ਮਜਨੂ ਦਾ ਟਿੱਲਾ ਕਹਿੰਦੇ ਆ। ਆਪ ਜੀ ਕਿਰਪਾ ਕਰਕੇ ਦੱਸੋ ਵੀ ਇਹ ਮਜਨੂ ਕੌਣ ਹੈ। ਸੱਚੇ ਪਾਤਸ਼ਾਹ ਜੀ ਸਾਰੇ ਜਾਣਿਆ ਚਾਹੁੰਦੇ ਹੈ। ਜਹਾਂ ਹਮਾਰੋ ਡੇਰਾ ਹੈ। ਜਿੱਥੇ ਅਸਾਂ ਨੇ ਆ ਸਾਰਿਆਂ ਨੇ ਡੇਰਾ ਕੀਤਾ ਹੋਇਆ ਹੈ, ਆਪਣਾ ਟਿਕਾਣਾ ਕੀਤਾ ਹੋਇਆ ਹੈ। ਤਿਸਕੇ ਨਾਮ ਥਾਨ ਸੋ ਕਹੈ। ਉਸ ਸਥਾਨ ਦਾ ਭਾਵ ਇਸ ਮਜਨੂ ਦੇ ਟਿੱਲੇ ਦਾ ਜਿਹੜਾ ਨਾਮ ਹੈ, ਮਹਾਰਾਜ ਇਸ ਥਾਂ ਦਾ ਨਾਮ ਮਜਨੂ ਦਾ ਟਿੱਲਾ ਸਾਰੇ ਕਹਿੰਦੇ ਹੈ। ਆਪ ਜੀ ਸਾਨੂੰ ਦੱਸਣਾ ਕਰੋ ਜੀ ਵੀ ਕਿਉਂ ਕਹਿੰਦੇ ਹੈ। ਸੁਨ ਕਰ ਸ਼੍ਰੀ ਸਤਿਗੁਰੂ ਬਤਾਵਾ। ਸੁਣ ਕਰਕੇ ਭਾਈ ਪ੍ਰਾਣਾ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਦੱਸਣ ਲੱਗੇ ਹੈ। ਭਇਓ ਪ੍ਰਥਮ ਚਿਰਕਾਲ ਬਿਤਾਵਾ। ਮਹਾਰਾਜ ਕਹਿੰਦੇ ਭਾਈ ਪ੍ਰਾਣਾ ਜੀ ਪਹਿਲਾਂ ਕੋਈ ਹੋਇਆ ਹੈ ਮਜਨੂ, ਬਹੁਤ ਸਮਾਂ ਲੰਬਾ ਹੀ ਸਮਾਂ ਬੀਤ ਗਿਆ ਹੈ। ਲੇਲਾ ਹੁਤੀ ਸ਼ਾਹੂ ਕੀ ਤਨਿਆ। ਸੁਣੋ ਸਾਰਾ ਪ੍ਰਸੰਗ ਇੱਕ ਲੇਲਾ ਕਰਕੇ ਹੈ ਸੀ, ਜਾਂ ਕਈ ਥਾਵਾਂ ਤੇ ਲੈਲਾ ਵੀ ਲਿਖਿਆ ਹੋਇਆ ਹੈ। ਲੈਲਾ ਨਾਮ ਦੀ ਲੜਕੀ ਸੀ ਇੱਕ ਬਾਦਸ਼ਾਹ ਦੀ, ਰੂਪਵਤੀ ਅਤਿਸ਼ੈ ਤਿਨ ਸੁਨੀਆ। ਜੋ ਬਹੁਤ ਰੂਪ ਵਾਲੀ ਸੀ, ਬੇਅੰਤ ਉਹਨੂੰ ਰੂਪ ਸੀ, ਜਵਾਨੀ ਸੀ। ਤੇ ਉਸ ਦੇ ਰੂਪ ਬਾਰੇ ਜਦੋਂ ਇਸ ਮਜਨੂ ਨੇ ਸੁਣਿਆ, ਹੇਰਤ ਚਿਤ ਕੋ ਪ੍ਰੇਮ ਲਗਾਵਾ। ਉਸ ਨੂੰ ਵੇਖਿਆ ਸੀ, ਇਹਨੇ ਵੇਖਦਿਆਂ ਸਾਰੀ ਜਿਹੜਾ ਚਿੱਤ ਦਾ ਪ੍ਰੇਮ ਉਹ ਲੱਗ ਗਿਆ, ਭਾਵ ਲੁਭਾਏ ਮਾਨ ਹੋ ਗਿਆ ਸੀ। ਆਪਰ ਨਾ ਸੁਧ ਮਨ ਤਾਹਾਂ ਟਿਕਾਵਾ। ਜਿਸ ਕਰਕੇ ਕਹਿੰਦੇ ਵੀ ਇਹਨੇ ਤੇ ਆਪਣੇ ਸਰੀਰ ਦੀ ਤੇ ਸੋਧੀ ਕੋਈ ਨਾ ਰਹੀ, ਜਾਂ ਹੋਰ ਕੋਈ ਸੁਧ ਨਾ ਰਹੀ,
ਇਹਨੇ ਮਨ ਜਿਹੜਾ ਉਸ ਲੈਲਾ ਦੇ ਰੂਪ ਵਿੱਚ ਹੀ ਟਿਕਾ ਲਿਆ। ਲੈਲਾ ਲਉਪੁਰ ਵਿਖੇ ਵਿਚਾਰਤ। ਹੋਰ ਸੁਣੋ ਅਦਭੁਤ ਵਿਚਾਰ ਕਿ ਜੋ ਲੈਲਾ ਸੀ ਉਹਦੇ ਭਾਈ ਬਰਾੜਾ ਰਹਿੰਦੀ ਸੀ ਇੱਥੇ ਦਿੱਲੀ ਦੇ ਵਿੱਚ, ਤੇ ਜੋ ਇਹ ਸੀ ਮਜਨੂ, ਇਹ ਲਾਹੌਰ ਦੇ ਵਿੱਚ ਬੈਠਾ ਬੈਠਾ ਚੇਤੇ ਕਰਿਆ ਕਰਦਾ। ਰਾਤ ਦਿਵਸ ਇੱਕ ਰਸ ਬ੍ਰਿਤ ਧਾਰਤ। ਰਾਤ ਦਿਨ ਇਸਨੇ ਇੱਕ ਹੀ ਬਿਰਤੀ ਧਾਰੀ ਹੋਈ ਸੀ, ਭਾਵ ਰਾਤ ਹੋਵੇ ਦਿਨ ਹੋਵੇ ਇਹਨੇ ਇੱਕ ਰਸ ਆਪਣਾ ਧਿਆਨ ਇਸ ਲੈਲਾ ਦੇ ਵਿੱਚ ਹੀ ਟਿਕਾਇਆ ਹੋਇਆ ਸੀ, ਮੋਹਿਆ ਪਿਆ ਸੀ। ਇੱਕ ਦਿਨ ਚੜ੍ਹਿਓ ਸੰਢਣੀ ਮਿਲਿਓ। ਇੱਕ ਦਿਨ ਦੀ ਗੱਲ ਹੈ ਕਿ ਇੱਕ ਊਠਣੀ ਦੇ ਉੱਪਰ ਚੜਿਆ ਹੋਇਆ ਮਨੁੱਖ ਉਹ ਦਿੱਲੀ ਵੱਲ ਚੜਿਆ ਜਾ ਰਿਹਾ ਸੀ ਤੇ ਇਹ ਉਸ ਨੂੰ ਮਿਲਿਆ। ਹੋਏ ਤਿਆਰ ਦਿੱਲੀ ਪੁਰ ਚਲਿਓ। ਉਹ ਤਿਆਰ ਹੋ ਕੇ ਦਿੱਲੀ ਸ਼ਹਿਰ ਵੱਲ ਚਲਿਆ ਜਾ ਰਿਹਾ ਸੀ ਤੇ ਇਹ ਉਹਨੂੰ ਮਿਲਿਆ। ਤਿਸ ਕੋ ਲਾਗਿਓ ਦੇਨ ਸੰਦੇਸ਼ਾ। ਇਹ ਫਿਰ ਕੀ ਕਰ ਲੱਗਾ ਮਜਨੂ, ਉਹ ਜੋ ਊਠਣੀ ਉੱਪਰ ਚੜਿਆ ਹੋਇਆ ਮਨੁੱਖ ਆ ਨਾ, ਉਸ ਨੂੰ ਇਹ ਉਪਦੇਸ਼ ਦੇਣ ਲੱਗਾ, ਭਾਵ ਸੁਨੇਹਾ ਦੇਣ ਲੱਗਾ ਵੀ ਹੇ ਭਾਈ ਤੂੰ ਕਿੱਥੇ ਚੱਲਿਆ? ਉਹ ਕਹਿੰਦਾ ਮੈਂ ਦਿੱਲੀ ਚੱਲਿਆ ਹਾਂ। ਲੈ ਮੇਰਾ ਸੁਨੇਹਾ ਉੱਥੋਂ ਦੀ ਲੈਲਾ ਜੋ ਬਾਦਸ਼ਾਹ ਦੀ ਲੜਕੀ ਆ ਉਹਨੂੰ ਮੇਰਾ ਸੁਨੇਹਾ ਦੇਣਾ। ਇਸ ਤਰ੍ਹਾਂ ਉਹਨੂੰ ਕਹਿੰਦਾ ਜਾ ਰਿਹਾ ਹੈ। ਕਹਿਤ ਕਹਿਤ ਇਹ ਪੰਥ ਅਸੇਸਾ। ਇਸ ਤਰ੍ਹਾਂ ਭਾਈ ਬਰਾੜਾ ਇਹ ਕਹਿੰਦਾ ਇਹ ਸਾਰਾ ਜੋ ਲਾਹੌਰ ਤੋਂ ਦਿੱਲੀ ਦਾ ਕਿੰਨਾ ਰਸਤਾ ਹੈ, ਇਹ ਸਾਰਾ ਹੀ ਰਸਤਾ ਹੀ ਸੰਗ ਸੰਢਣੀ ਕੇ ਚਲ ਆਇਓ। ਇਹਨੂੰ ਪਤਾ ਹੀ ਨਹੀਂ ਚੱਲਿਆ। ਉਹ ਊਠਣੀ ਵਾਲੇ ਦੇ ਨਾਲ ਨਾਲ ਕਹਿੰਦਾ ਲੈਲਾ ਨੂੰ ਮੇਰਾ ਆਹ ਸੁਨੇਹਾ ਦੇਣਾ, ਮੇਰੇ ਵੱਲੋਂ ਆਹ ਕਹਿਣਾ, ਤੈਨੂੰ ਮਜਨੂ ਯਾਦ ਕਰਦਾ ਹੈ, ਜਿਸ ਕਰਕੇ ਚੱਲਦਾ ਚੱਲਦਾ ਨਾਲ ਹੀ ਇਹ ਦਿੱਲੀ ਆ ਗਿਆ। ਸੁਧ ਬਿਨ ਧਰੇ ਬੇਗ ਅਸਤਾਇਓ। ਇਸ ਤਰ੍ਹਾਂ ਬਹੁਤ ਜਿਹੜਾ ਇਹ ਛੇਤੀ ਦੇ ਨਾਲ ਹੀ ਦੌੜਿਆ ਇੱਥੇ ਚਲਾ ਗਿਆ। ਇਹਨੂੰ ਖਬਰ ਵੀ ਨਾ ਲੱਗੀ, ਭਾਵੇਂ ਨੂੰ ਸੁੱਧ ਵੀ ਨਾ ਹੋਈ ਕਿ ਮੈਂ ਤੁਰਦਾ ਸੁਨੇਹਾ ਦਿੰਦਾ ਦਿੱਲੀ ਪਹੁੰਚ ਗਿਆ ਹਾਂ। ਦਿੱਲੀ ਵਿਖੇ ਆਨ ਕਰ ਹੇਰੀ। ਜਦੋਂ ਦਿੱਲੀ ਦੇ ਵਿੱਚ ਆਇਆ ਤੇ ਇੱਥੇ ਆਉਂਦੇ ਇਸਨੇ ਲੈਲਾ ਨੂੰ ਦੇਖਿਆ। ਲੈਲੀ ਮਿਲੀ ਜਬ ਹੈ ਇੱਕ ਬੇਰੀ। ਉਹ ਵੇਖ ਲੋ ਵੀ ਜੋ ਲੈਲਾ ਸੀ ਇੱਕੋ ਵਾਰੀ ਇਹਨੂੰ ਮਿਲੀ ਤੇ ਇਹਨੇ ਦੇਖੀ ਹੈ ਬਸ। ਕੀ ਨਸ ਮਜਨੂ ਥਾਤ ਬਖਾਨ। ਉਸ ਲੈਲਾ ਨੇ, ਹੁਣ ਲੈਲਾ ਅੰਦਰ ਕੋਈ ਪ੍ਰੇਮ ਨਹੀਂ ਸੀ, ਮਜਨੂ ਅੰਦਰ ਪ੍ਰੇਮ ਸੀ। ਕਹਿੰਦੇ ਉਹ ਮਜਨੂ ਦੇ ਨਾਲ ਲੈਲਾ ਨੇ ਇਸ ਤਰ੍ਹਾਂ ਕਹਿਣਾ ਕੀਤਾ, ਅਬ ਤੂੰ ਖਰੋ ਰਹੋ ਇਸ ਥਾਂ। ਹੈ ਵੀ ਮਜਨੂ ਮੇਰਾ ਬਚਨ ਸੁਣ, ਮੇਰੀ ਗੱਲ ਸੁਣ ਵੀ ਹੁਣ ਤੂੰ ਇਹ ਜਿੱਥੇ ਖਲੋਤਾ, ਜਿੱਥੇ ਮੈਨੂੰ ਦੇਖਿਆ ਇੱਥੇ ਖਲੋਤਾ ਰਹੋ। ਮਿਲਾਉ ਆਏ ਕਰ ਮੈਂ ਪੁਨ ਤੋਹੀ। ਮੈਂ ਤੈਨੂੰ ਆ ਕੇ ਮਿਲਾਂਗੀ ਇਸੇ ਸਥਾਨ ਤੇ, ਫੇਰ ਬਾਅਦ ਵਿੱਚ ਤੂੰ ਇੱਥੇ ਖੜਾ ਰਹੋ ਉਡੀਕਤ ਇਸ ਥਲ ਮੋਹੀ। ਇਸ ਥਾਂ ਦੇ ਵਿੱਚ ਹੀ ਮੇਰੀ ਤੂੰ ਉਡੀਕ ਕਰੀ, ਕੁਝ ਸਮੇਂ ਬਾਅਦ ਆ ਕੇ ਤੈਨੂੰ ਮੈਂ ਮਿਲਾਂਗੀ। ਏਮ ਕਹਿ ਗਈ ਖਰੋ ਇਹ ਰਹਿਓ। ਫੇਰ ਭਾਈ ਬਰਾੜਾ ਇਸ ਤਰ੍ਹਾਂ ਕਹਿ ਕੇ ਉਹਦੇ ਚਲੀ ਗਈ। ਕਹਿੰਦੇ ਪਰ ਜੋ ਮਜਨੂ ਸੀ ਇਸੇ ਥਾਂ ਤੇ ਖੜਾ ਰਿਹਾ ਪੱਥਰ ਬਣ ਕੇ। ਲੈਲਾ ਕੋ ਸਿਮਰਤ ਚੇਤ ਚਾਹਿਓ। ਤੇ ਚਿੱਤ ਵਿੱਚ ਚਾਹਿਆ ਹੈ, ਚਿੱਤ ਵਿੱਚ ਚਾਹਨਾ ਕਰਦਾ, ਜਿਸ ਕਰਕੇ ਉਹਨੂੰ ਯਾਦ ਹੀ ਕਰਦਾ ਰਹਿੰਦਾ, ਰਾਤ ਦਿਨ ਖੜਾ ਹੋਇਆ। ਠਾਂਡੇ ਕੇਤਿਕ ਸੰਮਤ ਬੀਤੇ। ਇਸ ਤਰ੍ਹਾਂ ਕਰਦਿਆਂ ਕਈ ਸਾਲ ਜਿਹੜੇ ਕਹਿੰਦੇ ਮਜਨੂ ਨੂੰ ਉੱਥੇ ਇੱਕੇ ਥਾਂ ਖਲੋਤਿਆਂ ਬਤੀਤ ਹੋ ਗਏ। ਨਹੀਂ ਦੇਹ ਕੀ ਸੁਧ ਕਬਲੀ ਤੇ। ਜਿਸ ਕਰਕੇ ਇਹਨੂੰ ਦੇਹ ਦੀ ਤੇ ਸੋਧੀ ਨਾ ਰਹੀ ਵੀ ਕੁਝ ਖਾਣਾ ਵੀ ਹੈ, ਕੁਝ ਪੀਣਾ ਵੀ, ਕੋਈ ਅੱਗੇ ਪਿੱਛੇ ਵੀ ਜਾਣਾ ਹੈ, ਉੱਥੇ ਹੀ ਇਹ ਖੜਾ ਰਿਹਾ, ਖਬਰਸਾਰ ਨਾ ਰਹੀ ਦੇਹ ਦੀ ਇਹਨੂੰ। ਕਾਸ਼ਟ ਸਮ ਸ਼ੁਸ਼ਕਿਓ ਤਨ ਸਾਰੋ। ਇਹਦਾ ਜਿਹੜਾ ਸਾਰਾ ਸਰੀਰ ਲੱਕੜ ਦੇ ਵਾਂਗ ਖੁਸ਼ਕ ਹੋ ਗਿਆ, ਸੁੱਕ ਗਿਆ ਕਾਨੇ ਵਾਂਗ। ਨਹਿ ਲੈਲਾ ਕਬਰ ਦੇ ਚਿਤਾਰੋ। ਪਰ ਉਧਰ ਕਹਿੰਦੇ ਜੋ ਲੈਲਾ ਸੀ ਉਹਨੇ ਇਹਨੂੰ ਇੱਕ ਵਾਰ ਵੀ ਯਾਦ ਨਹੀਂ ਕੀਤਾ, ਇਹ ਰਾਤ ਦਿਨ ਉਹਨੂੰ ਚੇਤੇ ਕਰ ਰਿਹਾ ਸੀ। ਉਧਰ ਲੈਲਾ ਇੱਕ ਤਰਫਾ ਪ੍ਰੇਮ ਸੀ ਨਾ, ਜਿਸ ਕਰਕੇ ਲੈਲਾ ਨੇ ਤੇ ਕਦੀ ਇਹਨੂੰ ਚੇਤੇ ਵੀ ਨਾ ਕੀਤਾ। ਪ੍ਰੇਮ ਸ਼ਕਤ ਤੇ ਪ੍ਰਾਨ ਨਾ ਗਏ। ਪਰ ਇਹਦੇ ਅੰਦਰ ਸੱਚਾ ਸੁੱਚਾ ਪ੍ਰੇਮ ਸੀ, ਭਾਵੇਂ ਉਹ ਮਜਾਜੀ ਹੈ ਭਾਵੇਂ ਉਹ ਹਕੀਕੀ ਹੈ, ਪਰ ਸੱਚਾ ਸੁੱਚੇ ਪ੍ਰੇਮ ਦੀ ਤਾਕਤ ਕਰਕੇ ਇਹਦੇ ਪ੍ਰਾਣ ਜਿਹੜੇ ਨਿਕਲੇ ਨਹੀਂ, ਪ੍ਰਾਣ ਨਾ ਗਏ। ਅਧਿਕ ਇਕਾਗਰਤਾ ਮਨ ਲਏ। ਸਗੋਂ ਦਿਨੋਂ ਦਿਨ ਅਧਿਕ ਬਹੁਤ ਹੀ ਇਕਾਗਰਤਾ ਮਨ ਦੀ ਲਾ ਕੇ ਤੇ ਯਾਦ ਕਰੀ ਜਾਂਦਾ, ਸਿਮਰੀ ਜਾਂਦਾ ਹੈ ਵੀ ਕਬ ਆਵੇਗੀ ਉਹ। ਸ਼ੁਸ਼ਕ ਖੁੰਡ ਸੋਂ ਲਗ ਕਰ ਠਾਂਡੋ। ਇੱਕ ਸੁੱਕਾ ਜਿਹਾ ਮੁੱਢ ਸੀ ਰੁੱਖ ਦਾ, ਭਾਵ ਵੱਡਿਆ ਹੋਇਆ ਰੁੱਖ, ਉਸ ਜਿਹੜੇ ਮੁੱਢ ਦੇ ਨਾਲ ਲੱਗ ਕੇ ਇਹ ਖੜਾ ਰਿਹਾ ਸੀ, ਲੱਗਾ ਹੋਇਆ ਸੀ। ਲੈਲਾ ਪ੍ਰੇਮ ਪਇਓ ਦ੍ਰਿੜ ਗਾਢੋ। ਤੇ ਲੈਲਾ ਦੇ ਸਬੰਧ ਵਿੱਚ ਇਹਦਾ ਪ੍ਰੇਮ ਹੈ ਪੂਰਾ ਗੂੜਾ ਅੰਦਰ ਹੋਇਆ ਸੀ। ਅੱਖਾਂ ਵਿੱਚ, ਨੇਤਰਾਂ ਵਿੱਚ ਪੂਰਾ ਪੱਕਾ ਹੀ ਪ੍ਰੇਮ ਲੱਗਾ ਹੋਇਆ ਸੀ।
ਏਕ ਬਾਢੀ ਤੇ ਸਥਲ ਚਲ ਆਇਓ। ਉਹ ਇੰਨੇ ਨੂੰ ਕਹਿੰਦੇ ਵੀ ਇੱਕ ਜਿਹੜਾ ਕਈ ਸਾਲ ਬੀਤ ਗਏ ਤੇ ਕਾਫੀ ਉਹ ਆਸੇ-ਪਾਸੇ ਘਾਹ ਫੂਸ ਵੀ ਕਹਿੰਦੇ ਹੋ ਗਿਆ ਸੀ, ਤੇ ਇੱਕ ਲੱਕੜਾਂ ਵੱਢਣ ਵਾਲਾ ਜਿਹੜਾ ਤਰਖਾਣ ਆ ਨਾ, ਇਹਨਾਂ ਨੂੰ ਉਹ ਉੱਥੇ ਚੱਲ ਕੇ ਆਇਆ। ਜਾਨਿਓ ਕਾਠ ਕੁਠਾਰ ਚਲਾਇਓ। ਉਹਨੇ ਮੁੱਢ ਲੱਕੜ ਦਾ ਵੇਖ ਕੇ ਵੀ ਇਹ ਲੱਕੜੀ ਪਈ ਹੋਈ ਹੈ, ਜਿਸ ਕਰਕੇ ਉਹਨੇ ਆਪਣਾ ਕੁਹਾੜਾ ਉਸ ਲੱਕੜ ਉੱਪਰ ਚਲਾਇਆ। ਲਗਿਓ ਦੇਹ ਮਹਿ ਤਬ ਸੁਧ ਪਾਈ। ਉਧਰ ਇਹ ਵੀ ਕਾਨੇ ਵਾਂਗ ਸੁੱਕਾ ਪਿਆ, ਲੱਕੜ ਨਾਲ ਪਛਾਣਿਆ ਨਹੀਂ ਸੀ ਜਾਂਦਾ, ਜਿਸ ਕਰਕੇ ਕਹਿੰਦੇ ਉਹ ਕੁਹਾੜੀ ਇਹਦੀ ਦੇਹ ਨੂੰ ਲੱਗੀ। ਜਦੋਂ ਦੀ ਦੇਹ ਨੂੰ ਕੁਹਾੜੀ ਲੱਗੀ, ਫੇਰ ਇਹਨੂੰ ਸੁਰਤ ਆਈ, ਭਾਵ ਝਟਕਾ ਜਾ ਵੱਜਾ ਤੇ ਖਬਰ ਪਾਈ ਹੈ, ਸੁੱਧ ਬੁੱਧ ਆਈ ਹੈ। ਕਹੋ ਲੈਲਾ ਤੂੰ ਹੈ ਕਬ ਆਈ। ਉਹ ਕੁਹਾੜਾ ਵੱਜਦਿਆਂ ਇਹ ਨਹੀਂ ਕਿਹਾ ਕੁਹਾੜਾ ਕਿਨੇ ਮਾਰਿਆ, ਕਹਿਣ ਲੱਗਾ ਉਹ ਲੈਲਾ ਤੂੰ ਵੀ ਹੁਣ ਆਈ ਹੈ, ਕਿੰਨਾ ਸਮਾਂ ਹੋ ਗਿਆ, ਕਿੱਥੇ ਸੀ ਤੂੰ ਵੀ ਹੁਣ ਆਈ ਹੈ। ਪ੍ਰਥਮ ਤਾਸ ਕਰ ਪੁਨ ਤਿਸ ਜਾਨਾ। ਫਿਰ ਜਦੋਂ ਲੱਕੜ ਦੇ ਭੁਲੇਖੇ ਕੁਹਾੜਾ ਮਾਰਿਆ ਨਾ ਤਰਖਾਨ ਨੇ, ਤੇ ਇਹਨੇ ਕਿਹਾ ਲੈਲਾ ਤੂੰ ਹੁਣ ਆਈ ਹੈ। ਉਸ ਵੇਲੇ ਕਹਿੰਦੇ ਜਿਹੜਾ ਉਹ ਤਰਖਾਨ ਸੀ ਪਹਿਲਾਂ ਤੇ ਡਰ ਗਿਆ, ਜੇ ਡਰ ਕੇ ਬਾਅਦ ਵਿੱਚ ਉਹਨੇ ਜਾਣਿਆ ਹੈ ਮਜਨੂ ਠਾਂਡੋ ਇਸ ਥਾਨਾ। ਕਹਿੰਦਾ ਮਨਾ ਇਹ ਤੇ ਉਹੀ ਮਜਨੂ ਇਸ ਥਾਂ ਤੇ ਖੜਾ ਹੋਇਆ ਜਿਹਦੀਆਂ ਗੱਲਾਂ ਸਾਰੀ ਦਿੱਲੀ ਵਿੱਚ ਹੋ ਰਹੀਆਂ ਵੀ ਬੜੇ ਚਿਰ ਦਾ ਇੱਕ ਮਜਨੂ ਉੱਥੇ ਖੜਾ ਹੈ। ਦਈ ਸ਼ਾਹ ਕੋ ਸੁਧ ਸੁਨ ਡਰਿਓ। ਉਹ ਭੱਜ ਕੇ ਗਿਆ ਹੈ, ਬਾਦਸ਼ਾਹ ਨੂੰ ਉਹਨੇ ਖਬਰ ਦਿੱਤੀ ਹੈ, ਤੇ ਸੁਣ ਕੇ ਬਾਦਸ਼ਾਹ ਵੀ ਡਰਿਆ ਵੀ ਹੱਦ ਹੋ ਗਈ ਹੈ, ਕਿੰਨੇ ਸਾਲ ਬੀਤ ਗਏ ਉੱਥੇ ਖੜਾ ਹੈ ਇਹ। ਲੈਲਾ ਕੋ ਭੇਜਨ ਤਬ ਕਰਿਓ। ਤਦੋਂ ਉਹਨੇ ਕਿਹਾ ਹੈ ਪੁੱਤਰੀ ਵੇਖ ਤੈਨੂੰ ਉਡੀਕ ਰਿਹਾ, ਤੈਨੂੰ ਰੁਕਣਾ ਨਹੀਂ ਚਾਹੀਦਾ, ਜਿਸ ਕਰਕੇ ਲੈਲਾ ਨੂੰ ਉਹਨੇ ਭੇਜਣਾ ਕੀਤਾ। ਜਾਏ ਦਰਸ ਜਬ ਆਪਨੋ ਦੀਨੋ। ਜਦੋਂ ਲੈਲਾ ਨੇ ਕਹਿੰਦੇ ਆਪਣਾ ਦਰਸ਼ਨ ਦਿੱਤਾ, ਭਾਵ ਜਾ ਕੇ ਸਾਹਮਣੇ ਹੋਈ ਹੈ। ਪ੍ਰੇਮ ਰੰਗ ਮਹਿ ਸਗਰੋ ਪੀਨੋ। ਇੱਧਰ ਤੇ ਜਿਹੜਾ ਹੁਣ ਮਜਨੂ ਸੀ ਉਹ ਤੇ ਕੁਦਰਤੀ ਇਕਾਗਰਤਾ ਦੇ ਨਾਲ ਹੋਣੇ ਕਰਕੇ ਜਿਹੜਾ ਪਰਮੇਸ਼ਰ ਦਾ ਸੱਚਾ ਸੁੱਚਾ ਪ੍ਰੇਮ ਰੰਗ ਆ ਨਾ, ਉਹਦੇ ਵਿੱਚ ਹੀ ਇਹ ਭੇਜਿਆ ਪਿਆ ਸੀ। ਸਭ ਦਿਸ਼ ਤੇ ਬ੍ਰਿਤੀ ਇਕੱਠੀ ਕਰਕੇ। ਜਿਸ ਕਰਕੇ ਨੇ ਸਾਰੀਆਂ ਤਰਫਾਂ ਤੋਂ, ਭਾਵ ਜਿਹੜੀ ਬਿਰਤੀ ਇਹਦੀ ਲੈਲਾ ਦੇ ਪ੍ਰੇਮ ਵਿੱਚ ਲੱਗੀ ਹੋਈ ਸੀ, ਉਹ ਬਿਰਤੀ ਸਾਰੀਆਂ ਤਰਫਾਂ ਤੋਂ ਇੱਕ ਥਾਂ ਇਕੱਠੀ ਕਰਕੇ, ਭਾਵ ਪਰਮੇਸ਼ਰ ਵਿੱਚ ਲਾ ਕਰਕੇ ਲਗਿਓ ਪਰਮੇਸ਼ਰ ਸੰਗ ਵਿਚਰ ਕੇ। ਇਹ ਵਿਚਾਰ ਕੇ ਮਨਾ ਪਰਮੇਸ਼ਰ ਕੀ ਨਹੀਂ ਕਰ ਸਕਦਾ ਹੈ, ਜਿਸ ਨੇ ਤੈਨੂੰ ਇੰਨਾ ਸਮਾਂ ਖੜਾ ਰੱਖਿਆ ਹੈ ਤੇ ਉਹਨਾਂ ਨੂੰ ਆਉਣਾ ਪਿਆ ਹੈ। ਇਸ ਤਰ੍ਹਾਂ ਵਿਚਾਰ ਕੇ ਪਰਮੇਸ਼ਰ ਦੇ ਵਿੱਚ ਬਿਰਤੀ ਨੂੰ ਲਗਾਇਆ ਇਸ ਨੇ। ਲੈਲਾ ਦਿਸ਼ਤੇ ਪ੍ਰੇਮ ਉਖਾਰਾ। ਇਧਰੋਂ ਜਿਹੜੇ ਲੈਲਾ ਦੀ ਤਰਫ ਪ੍ਰੇਮ ਸੀ ਝੂਠਾ ਦੁਨਿਆਵੀ, ਇਹ ਮਜਾਜੀ ਛੱਡ ਕੇ ਹਕੀਕੀ ਪ੍ਰੇਮ ਵਿੱਚ ਜਿਹੜਾ ਹੈ ਇਸ਼ਕ ਵਿੱਚ ਪ੍ਰੇਮ ਲਾਇਆ ਹੈ, ਤੇ ਲੈਲਾ ਦੇ ਪਾਸੋਂ ਪ੍ਰੇਮ ਇਹਨੇ ਉਖਾੜ ਦਿੱਤਾ, ਛੱਡ ਦਿੱਤਾ ਹੈ। ਪ੍ਰਭ ਸੋਂ ਲਗੀ ਬ੍ਰਿਤੀ ਕਰਸਾਰਾ। ਇੱਕ ਰਸ ਪਰਮੇਸ਼ਰ ਦੇ ਵਿੱਚ ਬਿਰਤੀ ਲੱਗੀ ਹੋਈ ਹੈ, ਭਾਵ ਗੂੜ ਰਹੱਸ ਵਿੱਚ ਹੁਣ ਜਿਹੜੀ ਬਿਰਤੀ ਲੱਗੀ ਹੋਈ, ਉੱਥੇ ਬਿਰਤੀ ਗਈ ਜਿੱਥੋਂ ਕਦੀ ਨਿਕਲਣ ਵਾਲੀ ਨਹੀਂ ਹੈ। ਚਾਹੇ ਕਈ ਕੁਹਾੜੇ ਵੱਜ ਜਾਣ, ਉੱਥੋਂ ਬਿਰਤੀ ਨਿਕਲਣ ਵਾਲੀ ਨਹੀਂ ਨਾ। ਕਾਇਆ ਕਾਪਰ ਚੀਰ ਭਉ ਫਾਰੇ, ਹਰ ਰੰਗ ਨਾਲ ਲਹੇ ਸੁਭਾਗਾ। ਉਸ ਪ੍ਰੇਮ ਰੰਗ ਵਿੱਚ ਲੱਗੀ ਹੈ ਬਿਰਤੀ ਇੱਕ ਰਸ। ਭਇਓ ਸੰਤ ਪੂਰਨ ਇਸ ਥਾਨ। ਇਸ ਤਰ੍ਹਾਂ ਭਾਈ ਬਰਾੜਾ ਇਸ ਸਥਾਨ ਤੇ ਜਿੱਥੇ ਆਪਾਂ ਖੜੇ ਨਾ ਮਜਨੂ ਦੇ ਟਿੱਲੇ ਦੇ, ਤੇ ਇੱਥੇ ਇਹ ਮਜਨੂ ਨਾਮ ਦਾ ਸੰਤ ਪੂਰਨ ਹੋਇਆ ਹੈ। ਇਮ ਸਤਿਗੁਰ ਨੇ ਕੀਨ ਬਖਾਨ। ਇਵੇਂ ਸਤਿਗੁਰੂ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਕਹਿਣਾ ਕੀਤਾ। ਸੁਨ ਕਰ ਸਿੱਖਨ ਲਖਿਓ ਪ੍ਰਸੰਗ। ਇਸ ਤਰ੍ਹਾਂ ਸੁਣ ਕਰਕੇ ਸਾਰੇ ਸਿੱਖ ਬੜੇ ਪ੍ਰਸੰਨ ਹੋਏ, ਜਿੱਥੇ ਰਹਿ ਰਹੇ ਸੀ ਟਿਕੇ ਹੋਏ ਸੀ ਉਹ ਪ੍ਰਸੰਗ ਵੀ ਜਾਣ ਲਿਆ ਹੈ। ਪੁਨ ਤਿਸ ਥਲ ਤੇ ਚੜੇ ਤੁਰੰਗ। ਫਿਰ ਉਸ ਥਾਂ ਤੋਂ, ਭਾਵ ਮਜਨੂ ਦੇ ਟਿੱਲੇ ਦੀ ਥਾਂ ਤੋਂ ਘੋੜੇ ਉੱਪਰ ਸਾਰੇ ਫੌਜ ਚੜ ਗਈ ਹੈ, ਘੋੜਿਆਂ ਉੱਪਰ ਆਨ ਬਿਰਾਜੇ ਆਪਣੇ ਡੇਰੇ। ਤੇ ਆਪਣੇ ਟਿਕਾਣੇ ਉੱਪਰ ਆ ਬਿਰਾਜੇ ਹੈ। ਖਾਨ ਪਾਨ ਨਿਸ ਕਰਿਓ ਬਸੇਰੇ। ਖਾਣਾ ਪੀਣਾ ਕੀਤਾ ਹੈ ਤੇ ਰਾਤ ਦਾ ਸਮਾਂ ਹੋਇਆ, ਜਿਸ ਕਰਕੇ ਸਭ ਨੇ ਬਸੇਰਾ ਕੀਤਾ ਹੈ। ਉਂਝ ਮਹਾਂਪੁਰਸ਼ ਥੋੜਾ ਐਵੇਂ ਦੱਸਦੇ ਆ ਕਿ ਇੱਥੇ ਇੱਕ ਸਾਧੂ ਫਕੀਰ ਸੀ, ਭਾਵ ਬਹੁਤ ਤਪੀਆ ਤਪਸਵੀ ਸੀ, ਜਿਸ ਕਰਕੇ ਉਹ ਤਪ ਕਰ ਕਰਕੇ ਉਸਨੇ ਤਪ ਕਰ ਕਰਕੇ ਆਪਣਾ ਸਰੀਰ ਇੰਨਾ ਸਿਥਲ ਪਾ ਲਿਆ ਸੀ, ਭਾਵ ਬੜਾ ਕਮਜ਼ੋਰ ਸਰੀਰ ਹੋ ਗਿਆ, ਜਿਸ ਕਰਕੇ ਲੋਕਾਂ ਨੇ ਇਥੋਂ ਦੇ ਵੇਖ ਕੇ ਕਿਹਾ ਵੀ ਉਹ ਤੂੰ ਤੇ ਵੀ ਮਜਨੂ ਹੀ ਹੈ, ਕਿਉਂਕਿ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੁੰਦੇ ਉਹ ਵੀ ਆਸ਼ਿਕ ਹੁੰਦੇ ਹੈ, ਤੇ ਉਹ ਆਸ਼ਿਕ ਜਿਹੜੇ ਸੱਚੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਇਸ਼ਕ ਵਿੱਚ ਇਹ ਫਕੀਰ ਕਹਿੰਦੇ ਰਹਿ ਰਿਹਾ ਸੀ, ਜਿਸ ਕਰਕੇ ਸਰੀਰ ਸਿਥਲ ਪੈਣ ਕਰਕੇ ਨਾਮ ਮਜਨੂ ਰੱਖ ਦਿੱਤਾ। ਉੱਚੀ ਥਾਂ ਦੇ ਕਰਕੇ ਟਿੱਲਾ ਨਾਮ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਦਰਸ਼ਨ ਦਿੱਤੇ ਹੈ
ਤੇ ਸੁਭ ਉਪਦੇਸ਼ ਦਿੱਤਾ। ਫਿਰ ਇਸਨੇ ਮੁਕਤੀ ਦੇ ਸਾਧਨ ਨੂੰ, ਪਰਮ ਪਦ ਨੂੰ ਪਾਇਆ ਸੀ। ਤੇ ਫਿਰ ਬਾਅਦ ਵਿੱਚ ਹੋਰ ਸਾਧੂ ਜੋ ਰਹਿੰਦਾ ਸੀ ਉਸ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਦੇ ਕੇ ਨਿਹਾਲ ਕਰਤਾਰਥ ਕੀਤਾ ਸੀ। ਇਵੇਂ ਸੰਪਰਦਾਵਾਂ ਦੇ ਵਿੱਚ ਥੋੜਾ ਦੱਸਿਆ ਜਾਂਦਾ ਵੀ ਉਹ ਇੱਕ ਸਾਧੂ ਫਕੀਰ ਸੀ ਜਿਹਦਾ ਨਾਮ ਮਜਨੂ ਸੀ। ਤੇ ਇੱਥੇ ਕਵੀ ਸਾਹਿਬ ਜੀ ਨੇ ਮਜਨੂ ਜੋ ਹੈ ਉਹ ਹੋਇਆ ਜੋ ਇੱਕ ਸਮੇਂ ਵਿੱਚ ਲੈਲਾ ਦੇ ਪ੍ਰੇਮੀ, ਉਹਦੇ ਬਾਰੇ ਲਿਖਿਆ ਹੋਇਆ, ਜਿਸ ਦਾ ਚਰਿੱਤਰ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਸੌਰਵ ਵਿਚਾਰ ਕਿ ਇਸ ਤਰ੍ਹਾਂ ਮਹਾਰਾਜ ਨੇ ਪ੍ਰਸੰਗ ਸੁਣਾਇਆ ਤੇ ਸਾਰੇ ਸਿੱਖ ਸੁਣ ਕੇ ਬੜੇ ਪ੍ਰਸੰਨ ਹੋਏ ਸੀ। ਫਿਰ ਸਭ ਨੇ ਖਾਣ ਪਾਣ ਕੀਤਾ ਤੇ ਵਿਸ਼ਰਾਮ ਕੀਤਾ ਰਾਤ ਦਾ ਸਮਾਂ ਜਾਣ ਕੇ। ਏਤ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪੰਚਮ ਰਾਸੇ ਮਜਨੂ ਪ੍ਰਸੰਗ ਵਰਣਨੰ ਇੱਥੇ ਨਾਮ ਪੰਚਮੋ ਅੰਸੂ। ਇੱਥੇ ਪੰਜਵੀਂ ਰਾਤ ਦਾ ਜਿਹੜਾ ਹੈ ਪ੍ਰਸੰਗ ਸਮਾਪਤ ਹੋਇਆ, ਪੰਜਵਾਂ। ਦੋਹਰਾ ਭਇਓ ਦਿਵਸ ਪੁਨ ਸਤਿਗੁਰੂ। ਫਿਰ ਦਿਨ ਚੜਿਆ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਸ਼ਾਹ ਬੁਲਾਏ ਪਾਸ। ਜਿਹੜਾ ਸ਼ਾਹੂ ਹੈ ਭਾਵ ਜਹਾਂਗੀਰ, ਉਸਨੇ ਆਪਣੇ ਪਾਸ ਬੁਲਾਇਆ ਹੈ। ਛੱਡ ਤੁਰੰਗ ਪਹੁੰਚੇ ਤਬਹਿ। ਗੁਰੂ ਮਹਾਰਾਜ ਰਾਜਾਂ ਤੋਂ ਵੀ ਮਹਾਨ ਰਾਜੇ, ਜਿਸ ਕਰਕੇ ਠਾਠ ਬਾੜ ਦੇ ਨਾਲ ਘੋੜੇ ਉੱਪਰ ਚੜ ਕੇ ਜਾ ਪਹੁੰਚੇ ਉਹਦੇ ਕੋਲ। ਬੈਠੇ ਰੁਚਿਰ ਆਵਾਸ। ਜਿਹੜਾ ਇਹ ਰਾਜੇ ਦੇ ਬੜੇ ਤਗੜੇ ਮਹਿਲ ਹੈ, ਉਸ ਸੋਹਣੇ ਮਹਿਲਾਂ ਵਿੱਚ ਜਾ ਬੈਠੇ ਬਿਰਾਜਮਾਨ ਹੋਏ ਗੁਰੂ ਸਾਹਿਬ। ਚੌਪਈ ਚੰਦਨ ਚੌਂਕੀ ਚਾਰੂ ਚਕੋਨੀ। ਚਾਰ ਕੋਨਿਆਂ ਵਾਲੀ ਚੰਦਨ ਦੀ ਬੜੀ ਸੋਹਣੀ ਚੌਂਕੀ ਸੀ ਗੁਰੂ ਸਾਹਿਬ ਜੀ ਦੇ ਬਿਰਾਜਣ ਵਾਸਤੇ, ਸੁਜਨੀ ਸੇਤ ਛਾਦ ਕਰ ਲੋਨੀ। ਜੋ ਬੜੀ ਸੁੰਦਰ ਤੇ ਚਿੱਟੇ ਰੰਗ ਦੀ, ਜਿਸ ਤੇ ਚਾਦਰ ਵਸਾਈ ਹੋਈ ਸੀ ਸੋਹਣੇ ਰੰਗ ਦੀ। ਇਸ ਉੱਪਰ ਸਨਮਾਨ ਬਿਠਾਏ। ਉਸ ਉੱਪਰ ਜਹਾਂਗੀਰ ਨੇ ਕਹਿ ਕੇ, ਮਹਾਰਾਜ ਜੀ ਤੁਹਾਡੇ ਵਾਸਤੇ ਚੌਂਕੀ ਜਿਹਦੇ ਉੱਪਰ ਸੋਹਣੀ ਵਿਛਾਈ ਹੋਈ ਹੈ, ਬੜੇ ਸਨਮਾਨ ਨਾਲ ਸਤਿਗੁਰ ਜੀ ਬਿਠਾਏ ਐ। ਬੰਦਹਿ ਸ਼ਾਹੂ ਸਹਿਤ ਸਮੁਦਾਏ। ਜਦੋਂ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ ਐ ਸ਼ਾਹੂਕਾਰ ਦੇ ਸਮੇਤ, ਭਾਵ ਜਹਾਂਗੀਰ ਦੇ ਸਮੇਤ, ਜਿੰਨੇ ਵੀ ਜਾਣੇ ਨਾ ਐਲਕਾਰਥ ਕਚਹਿਰੀ 'ਚ ਜੋ ਆਸੇ ਪਾਸੇ, ਸਾਰਿਆਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਸਿਰ ਝੁਕਾਏ ਹੈ। ਸੰਤਨ ਪੀਰ ਨਾਨਕ ਪ੍ਰਸੰਗ। ਫਿਰ ਬੈਠਿਆਂ ਬੈਠਿਆਂ ਜਹਾਂਗੀਰ ਨੇ ਆਪਣੇ ਵੱਲੋਂ ਪੀਰਾਂ ਦੇ ਪ੍ਰਸੰਗ ਸੁਣਾਏ ਐ, ਗੁਰੂ ਸਾਹਿਬ ਜੀ ਨੇ ਸੰਤਾਂ ਦੇ ਸੁਣਾਏ ਐ, ਜਾਂ ਵੀ ਸੰਤਾਂ ਪੀਰਾਂ ਦੇ ਜਿਹੜੇ ਅਨੇਕਾਂ ਪਿਛੇ ਪ੍ਰਸੰਗ ਹੋ ਚੁੱਕੇ ਐ, ਕੌਤਕ ਹੋ ਚੁੱਕੇ ਐ, ਉਹ ਅਨੇਕਾਂ ਪ੍ਰਕਾਰ ਦੇ ਪ੍ਰਸੰਗ ਸੁਣਾਏ ਐ ਸੰਤਾਂ ਮਹੰਤਾਂ ਦੇ। ਕਹੇ ਸੁਨੇ ਹਜ਼ਰਤ ਗੁਰ ਸੰਗ। ਹਜ਼ਰਤ ਨੇ ਗੁਰੂ ਸਾਹਿਬ ਜੀ ਪਾਸ ਕੁਝ ਕਹੇ ਐ, ਕੁਝ ਆਪ ਮਹਾਰਾਜ ਜੀ ਤੋਂ ਸੁਣੇ ਐ ਪ੍ਰਸੰਗ। ਬਚਨ ਬਿਲਾਸ ਹੁਲਾਸਤ ਕਰੇ। ਇਸ ਤਰ੍ਹਾਂ ਵਿਚਾਰ ਕਰਦਿਆਂ ਕਰਦਿਆਂ ਬਚਨ ਬਿਲਾਸ ਬੜੇ ਉਤਸ਼ਾਹ ਨਾਲ, ਬੜੇ ਆਨੰਦ ਨਾਲ ਕਰੇ ਕਰਾਏ ਹੈ। ਤੂੰ ਦਿਸ਼ ਰਸ ਵਿਸਾਲ ਮਹਿ ਢਰੇ। ਚਾਰ ਛਫੇਰੇ ਪ੍ਰੇਮ ਦੇ ਰਸ ਵਿੱਚ ਹੀ ਢਲੇ ਹੋਏ ਐ। ਦੋਹਾਂ ਦਿਸ਼ਾ ਤੋਂ ਹੀ, ਭਾਵ ਸਤਿਗੁਰੂ ਮਹਾਰਾਜ ਜੀ ਪ੍ਰੇਮ ਰਸ ਵਿੱਚ ਮਗਨ ਹਨ ਤੇ ਇਧਰੋਂ ਜੋ ਜਹਾਂਗੀਰ ਉਹ ਵੀ ਪ੍ਰੇਮ ਰਸ ਵਿੱਚ ਮਗਨ ਹੈ। ਪੁਨ ਸ਼੍ਰੀ ਹਰਗੋਬਿੰਦ ਉਚਾਰਿਓ। ਇਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਗਮਨ ਸੁਧਾਸਰ ਹਮ ਚਿਤ ਧਾਰਿਓ। ਬਾਦਸ਼ਾਹ ਵੀ ਹੁਣ ਬਹੁਤ ਸਾਨੂੰ ਇੱਥੇ ਮਹੀਨੇ ਹੋ ਚੁੱਕੇ ਆ, ਜਿਸ ਕਰਕੇ ਅਸੀਂ ਹੁਣ ਅੰਮ੍ਰਿਤਸਰ ਜਿਹੜਾ ਜਾਣਾ ਚਾਹੁੰਦੇ, ਚਿੱਤ ਵਿੱਚ ਧਾਰਿਆ ਹੋਇਆ ਹੈ। ਕਿਤਿਕ ਮਾਸ ਬੀਤੇ ਇਤ ਆਏ। ਕਿਉਂਕਿ ਤੁਸੀਂ ਸਾਨੂੰ ਕਿਹਾ ਸੀ ਅਸੀਂ ਆਏ ਹੋਏ ਆ। ਦਿੱਲੀ ਵਿੱਚ ਆਉਂਦਿਆਂ ਕੁਝ ਜਿਹੜੇ ਕਈ ਕੁ ਮਹੀਨੇ ਬੀਤ ਚੁੱਕੇ ਹੈ। ਪੀਛੇ ਸਿੱਖ ਸੰਗਤ ਕੁਲਾਏ। ਅਸੀਂ ਇੱਥੇ ਆ, ਸੰਗਤਾਂ ਦਰਸ਼ਨ ਕਰਨ ਵਾਸਤੇ ਬਹੁਤ ਆਉਂਦੀਆਂ, ਹਰਿਮੰਦਰ ਸਾਹਿਬ ਵਿਖੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ, ਜਿਸ ਕਰਕੇ ਸਿੱਖ ਸੰਗਤਾਂ ਬਹੁਤ ਵਿਆਕੁਲ ਹੋਈਆਂ ਪਈਆਂ ਵੀ ਕਦੋਂ ਸਤਿਗੁਰੂ ਆਉਣ ਤੇ ਦਰਸ਼ਨ ਕਰੀਏ। ਸੁਨਤ ਸ਼ਾਹ ਕਹਿ ਮਮ ਅਬਿਲਾਖਾ। ਸੁਣਦਿਆਂ ਸਾਰੀ ਜਹਾਂਗੀਰ ਵੀ ਕਹਿਣ ਲੱਗਾ, ਮਹਾਰਾਜ ਜੋ ਆਪ ਜੀ ਦੇ ਮਨ ਦੀ ਇੱਛਾ ਉਹੀ ਮੇਰੇ ਮਨ ਦੀ ਵੀ ਇੱਛਾ ਹੈ। ਪੁਰ ਕਸ਼ਮੀਰ ਚਲੋਂ ਚਿਤ ਰਾਖਾ। ਮੈਂ ਵੀ ਚਿੱਤ ਵਿੱਚ ਇਹ ਖਿਆਲ ਜਿਹਾ ਰੱਖਿਆ ਹੋਇਆ ਵੀ ਕਸ਼ਮੀਰ ਨੂੰ ਜਿਹੜਾ ਚਲਿਆ ਜਾਵਾਂ। ਹੁਣ ਮੈਨੂੰ ਵੀ ਕਾਫੀ ਸਮਾਂ ਹੋ ਗਿਆ ਦਿੱਲੀ। ਚਲੇ ਸੰਗ ਹੀ ਮਾਝੇ ਦੇਸ਼। ਤੇ ਮੇਰਾ ਇਰਾਦਾ ਹੈ ਕਿ ਆਪ ਜੀ ਦੇ ਨਾਲ ਹੀ ਮਾਝੇ ਦੇਸ਼ ਨੂੰ ਜਿਹੜਾ ਚਲਿਆ ਜਾਵਾਂ, ਭਾਵ ਤੁਹਾਡੇ ਨਾਲ ਨਾਲ ਹੀ ਮੈਂ ਵੀ ਤੁਰਿਆ ਜਾਵਾਂ ਕਸ਼ਮੀਰ ਨੂੰ। ਦਰ ਸਾਹਿਬ ਕੋ ਹੋਏ ਹਮੇਸ਼। ਜਿਸ ਕਰਕੇ ਆਪ ਜੀ ਨਾਲ ਤੁਰਿਆ ਜਾਵਾਂਗਾ ਤੇ ਆਪ ਜੀ ਦਾ ਜਿਹੜਾ ਦਰਸ਼ਨ ਉਹ ਵੀ ਹਮੇਸ਼ਾ ਹੁੰਦਾ ਰਹੇਗਾ, ਭਾਵ ਨਾਲ ਨਾਲ ਜਾਵਾਂਗਾ ਤੇ ਰੋਜ਼ ਰੋਜ਼ ਦਰਸ਼ਨ ਹੁੰਦੇ ਰਹਿਣਗੇ ਮੈਨੂੰ। ਆਜ ਮਹੂਰਤ ਕੋ ਦਿਖਰਾਵਾਂ। ਠੀਕ ਮਹਾਰਾਜ, ਮੇਰੀ ਵੀ ਸਲਾਹ ਹੈ, ਆਪ ਜੀ ਦੀ ਸਲਾਹ ਹੈ, ਇਸ ਕਰਕੇ ਅੱਜ ਜਿਹੜਾ ਮਹੂਰਤ ਹੈ, ਜਿਵੇਂ ਉਹ ਜੋਸ਼ੀਆਂ ਸਮੁੰਦਰਕ ਵਿਦਿਆ ਵਾਲਾ ਪਾਸੋਂ ਕੱਢਦਾ ਸੀ ਜਹਾਂਗੀਰ, ਮਹਾਰਾਜ ਜੀ ਦੇ ਮੌਜ ਨਾਲ ਮਹਾਰਾਜ ਨੂੰ ਤਾਂ ਕੋਈ ਮਹੂਰਤ ਚਾਹੀਦਾ ਨਹੀਂ। ਇਹ ਕਹਿੰਦਾ ਮਹਾਰਾਜ ਜਿਹੜਾ ਮਹੂਰਤ ਪਾਓ ਚੰਗਾ ਸਮਾਂ ਉਹ ਫਿਰ ਮੈਂ ਦਿਖਾਉਂਦਾ ਹਾਂ।
ਨਹੀਂ ਬਿਲਮ ਤਿਤ ਤੁਰਤ ਸਿਧਾਵਾਂ। ਕੋਈ ਦੇਰੀ ਨਹੀਂ ਕਰਾਂਗਾ, ਬੜੀ ਛੇਤੀ ਨਾਲ ਹੀ ਚੱਲ ਪਵਾਂਗਾ ਮੈਂ ਵੀ ਕਸ਼ਮੀਰ ਨੂੰ। ਸਤਿਗੁਰ ਬੈਠੇ ਤਬੈ ਬੁਲਾਇਓ। ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਕੋਲ ਹੀ ਇਹਦੇ, ਤਦੋਂ ਹੀ ਇਹਨੇ ਸਮੁੰਦਰਕ ਵਿਦਿਆ ਵਾਲੇ ਜੋਤਸ਼ੀ ਨੂੰ ਬੁਲਾਇਆ ਹੈ। ਸੋਧ ਮਹੂਰਤ ਤਾਹੇ ਬਤਾਇਓ। ਤੇ ਮਹੂਰਤ ਸੋਧ ਕੇ ਚੰਗਾ ਦਿਨ ਵਿਚਾਰ ਕੇ ਤੇ ਉਸਨੇ ਬੋਲਿਆ, ਉਸਨੇ ਦੱਸਿਆ ਜੋਤਸ਼ੀ ਨੇ। 13 ਵੀਰਵਾਰ ਹੈ ਪਰਸੋਂ। ਕਹਿਣ ਲੱਗਾ ਸਤਿਗੁਰੂ ਮਹਾਰਾਜ ਜੀ ਦੀ ਇਸੇ ਤਰ੍ਹਾਂ ਜਹਾਂਗੀਰ ਜੀ, ਇਹ ਜਿਹੜੀ 13ਵੀਂ ਥਿਤ ਆ ਨਾ, ਉਹ ਬਣਦੀ ਵੀਰਵਾਰ ਵਾਲੇ ਦਿਨ, ਭਾਵ ਪਰਸੋਂ ਦੇ ਦਿਨ ਵੀਰਵਾਰ 13 ਥਿਤ ਹੈ। ਕਰਹੁ ਭਿਆਨਾ ਤਬ ਦਿਨ ਬਰਸੋਂ। ਉਹ ਦਿਨ ਬੜਾ ਸ੍ਰੇਸ਼ਟ ਹੈ, ਬੜਾ ਚੰਗਾ ਹੈ ਤੁਹਾਡੇ ਚਾਲੇ ਮਾਰਨ ਦਾ। ਤੇ ਮੇਰੀ ਇਹ ਸਲਾਹ ਵੀ ਤੁਸੀਂ ਜਿਹੜੇ 13 ਭਾਵ 13ਵੀਂ ਥਿਤ ਵਾਲੇ ਦਿਨ, ਵੀਰਵਾਰ ਵਾਲੇ ਦਿਨ ਜਿਹੜਾ ਹੈ, ਤੁਸੀਂ ਜਿਹੜਾ ਜਾਣਾ ਕਰੋ। ਤੇ ਵੀਰਵਾਰ ਬਹੁਤ ਚੰਗਾ ਦਿਨ ਹੈ। ਜਿਵੇਂ ਉਹ ਵੀਰਵਾਰ ਚੰਗਾ ਦਿਨ ਕਹਿ ਰਿਹਾ ਹੈ, ਤੇ ਜਿਹੜੇ ਕਈ ਹੈ ਉਹ ਕਹਿੰਦੇ ਵੀਰਵਾਰ ਬਹੁਤ ਮਾੜਾ ਹੈ। ਕਈ ਵਿਚਾਰਾਂ ਕਰਦੇ ਵੀਰਵਾਰ ਸਿਰ ਨਾ ਨਹਾਓ, ਵੀਰਵਾਰ ਕੱਪੜੇ ਨਾ ਧੋ, ਵੀਰਵਾਰ दारू ਨਾ ਪੀਓ, ਮੱਛੀ ਨਾ ਪੀਓ, ਖਾਓ, ਬਾਕੀ ਸਾਰੇ ਦਿਨ ਖਾਓ। ਇਸ ਤਰ੍ਹਾਂ ਕਈ ਵਿਚਾਰਾਂ ਕਰਦੇ, ਪਰ ਇੱਥੇ ਵੇਖ ਲਓ ਕੀ ਕਹਿ ਰਿਹਾ ਜੋਤਿਸ਼ ਵਿਦਿਆ ਵਾਲਾ। ਕਹਿੰਦਾ ਵੀਰਵਾਰ ਮਾਰਿਆ ਬਹੁਤ ਚੰਗਾ ਦਿਨ ਹੈ ਜਹਾਂਗੀਰ, ਬਹੁਤ ਚੰਗਾ ਦਿਨ, ਤੁਸੀਂ ਵੀ ਪਰਸੋਂ ਚਾਲਾ ਮਾਰਨਾ ਕਰੋ। ਸੁਨਿਓ ਸਬਨ ਕੀਨਸ ਨਿਜ ਤਿਆਰੀ। ਇਸ ਤਰ੍ਹਾਂ ਸਾਰਿਆਂ ਨੇ ਸੁਣਿਆ ਹੈ, ਭਾਵ ਜੋ ਉੱਥੇ ਹੋਰ ਹੀ ਐਲਕਾਰ ਬੈਠੇ ਸਨ, ਗੁਰੂ ਕੇ ਸਿੱਖ ਵੀ, ਸਭ ਨੇ ਫਿਰ ਤਿਆਰੀ ਕੀਤੀ ਹੈ। ਜਬ ਹਜ਼ਰਤ ਨਿਸ਼ਚੈ ਮਤ ਧਾਰੀ। ਜਦੋਂ ਹਜ਼ਰਤ ਭਾਵ ਜਹਾਂਗੀਰ ਨੇ ਆਪਣੇ ਮਤ ਵਿੱਚ, ਬੁੱਧੀ ਵਿੱਚ ਨਿਸ਼ਚਾ ਧਾਰਿਆ ਵੀ ਹੁਣ ਤੇ ਪੱਕਾ ਚੱਲਣਾ ਹੀ ਹੈ ਪਰਸੋਂ। ਸ਼੍ਰੀ ਸਤਿਗੁਰ ਡੇਰੇ ਚਲ ਆਏ। ਇੱਧਰ ਸਤਿਗੁਰੂ ਮਹਾਰਾਜ ਜੀ ਮਜਨੂ ਦੇ ਟਿੱਲੇ ਜਿੱਥੇ ਆਪਣਾ ਟਿਕਾਣਾ ਕੀਤਾ ਹੋਇਆ ਸੀ, ਉਸ ਡੇਰੇ ਵਿੱਚ ਚੱਲ ਕੇ ਆ ਗਏ ਹੈ। ਬ੍ਰਿਧ ਆਦਿਕ ਕੋ ਕਹੇ ਸਮਝਾਏ। ਬਾਬਾ ਬੁੱਢਾ ਸਾਹਿਬ ਆਦਿਕ ਜਿਹੜੇ ਨਾਮੀ ਸਿੱਖ ਭਾਵ ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾਹਾ, ਇਹ ਸਾਰਿਆਂ ਨੂੰ ਕਹਿ ਕੇ ਸਮਝਾਇਆ ਹੈ। ਸੁਨਿਓ ਸੁਦਾਸਰ ਕੋ ਜਪਿਆ ਨਾ। ਕਿਹਾ ਹੈ ਭਾਈ ਵੀ ਜਦੋਂ ਵੀ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਜਾਣਾ ਹੈ ਤੇ ਤੁਸੀਂ ਸਾਰਿਆਂ ਤਿਆਰ ਹੋ ਜਾਣਾ ਹੈ। ਜਦੋਂ ਸਾਰੇ ਗੁਰੂ ਕੇ ਸਿੱਖਾਂ ਨੇ ਸੁਣਿਆ ਵੀ ਅੰਮ੍ਰਿਤਸਰ ਦੀ ਤਿਆਰੀ ਹੈ, ਸਤਿਗੁਰ ਕੇ ਨਰ ਆਨੰਦ ਬਹਾਨਾ। ਤੇ ਸਤਿਗੁਰੂ ਮਹਾਰਾਜ ਦੇ ਸਿੱਖ ਸੇਵਕਾਂ ਨੂੰ ਬਹੁਤ ਮਹਾਨ ਹੀ ਆਨੰਦ ਹੋਇਆ, ਖੁਸ਼ੀਆਂ ਚੜ ਗਈਆਂ ਵੀ ਕਿੰਨੇ ਮਹੀਨੇ ਬੀਤ ਗਏ ਹੈ, ਚਲੋ ਜਾ ਕੇ ਹਰਿਮੰਦਰ ਸਾਹਿਬ ਦੇ ਗੁਰੂ ਕੀ ਨਗਰੀ ਦੇ ਦਰਸ਼ਨ ਕਰਾਂਗੇ। ਤਬ ਹਰਦਾਸ ਪਾਸ ਚਲ ਆਇਓ। ਇਹਨਾਂ ਨੂੰ ਤਦੋਂ ਜੋ ਹਰਦਾਸ ਦਰੋਗਾ ਸੀ, ਜੋ ਕਿਲੇ ਵਿੱਚ ਹੀ ਰਹਿੰਦਾ ਸੀ ਗਵਾਲੀਅਰ ਦੇ, ਉਹ ਵੀ ਇੱਥੇ ਦਿੱਲੀ ਵਿਖੇ ਬੁਲਾਇਆ ਹੋਇਆ ਸੀ, ਉਹ ਵੀ ਆਇਆ ਹੋਇਆ ਸੀ, ਰਾਜੇ ਵੀ ਸਾਰੇ ਆਏ ਹੋਏ ਸਨ। ਹਰਦਾਸ ਪਾਸ ਚੱਲ ਕੇ ਆਇਆ ਮਹਾਰਾਜ ਜੀ ਦੇ। ਪਦ ਅਰਬਿੰਦਨ ਪਰ ਲਪਟਾਇਓ। ਆਉਂਦਿਆਂ ਹੀ ਕੁਛ ਨਹੀਂ ਦੇਖਿਆ ਪੁੱਛਿਆ, ਗੁਰੂ ਦੇ ਚਰਨ ਕਮਲਾਂ ਉੱਪਰ ਹੀ ਆ ਕੇ ਲੰਪਟ ਹੋ ਗਿਆ, ਭਾਵ ਗੁਰੂ ਦੇ ਚਰਨਾਂ ਉੱਪਰ ਆ ਕੇ ਢਹਿ ਪਿਆ। ਤਬ ਸਤਿਗੁਰ ਬਹੁ ਕਰਨਾ ਕਰੀ। ਤਦੋਂ ਇਸ ਦੀ ਹਾਲਤ ਦੇਖ ਕੇ ਨਾ ਵੀ ਵਿਰਾਗ ਦੀ ਹਾਲਤ ਵਿੱਚ ਹੈ, ਤਦੋਂ ਮਹਾਰਾਜ ਜੀ ਨੇ ਭਾਈ ਹਰਦਾਸ ਉੱਪਰ ਬੜੀ ਕਿਰਪਾ ਕੀਤੀ, ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਹਿਰਦੇ ਅਵਿਦਿਆ ਤਿਸ ਕੀ ਹਰੀ। ਜੇ ਬਸ ਦੇਖਦਿਆਂ ਹੀ ਮਹਾਰਾਜ ਨੇ ਹਿਰਦਿਆ ਦੀ ਜਿਹੜੀ ਅਵਿਦਿਆ ਹੈ, ਅਗਿਆਨ ਹੈ, ਸਾਧ ਸੰਗਤ ਜੀ ਸਾਰਾ ਹੀ ਨਾਸ ਕਰਦਾ ਹੈ। ਕਿਉਂਕਿ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਸਤਿਗੁਰੂ ਮਹਾਰਾਜ ਜੀ ਬਸ ਮਿਹਰ ਦੀ ਦ੍ਰਿਸ਼ਟੀ ਚਾਹੀਦੀ, ਜਿੱਥੇ ਦ੍ਰਿਸ਼ਟੀ ਹੋ ਗਈ ਬਸ ਉੱਥੇ ਕਿਰਪਾ ਹੋ ਗਈ। ਪਰ ਜਿੱਥੇ ਮਹਾਰਾਜ ਦੀ ਟੇਢੀ ਨਿਗਾਹ ਹੋ ਗਈ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਦਾ। ਜੇ ਮਹਾਰਾਜ ਦੀ ਮਿਹਰ ਹੋ ਗਈ ਤੇ ਸਫਲਤਾ ਹੀ ਸਫਲਤਾ ਹੈ, ਜੇ ਮਹਾਰਾਜ ਦੀ ਮਿਹਰ ਨਾ ਹੋਈ ਤੇ ਬਸ ਅਸਫਲਤਾ ਹੀ ਸਫਲਤਾ ਹੈ। ਇਸ ਤਰ੍ਹਾਂ ਹਿਰਦੇ ਵਿੱਚ ਜਿਹੜਾ ਅਗਿਆਨ ਹੈ ਨਾ, ਉਹ ਸਾਰਾ ਹੀ ਮਹਾਰਾਜ ਨਾਸ ਕਰ ਦਿੱਤਾ ਹੈ। ਸਤਨਾਮ ਸਿਮਰੋ ਲਿਵਲਾਈ। ਮਹਾਰਾਜ ਨੇ ਉਪਦੇਸ਼ ਕੀਤਾ, ਭਾਈ ਹਰਦਾਸ ਚਿੰਤਾ ਨਾ ਕਰ, ਜੋ ਪਰਮੇਸ਼ਰ ਦੇ ਤੇ ਬਹੁਤ ਨਾਮ ਹੈ, ਪਰ ਜੋ ਸਾਡੇ ਵੱਲੋਂ ਸਤਨਾਮ ਵਾਹਿਗੁਰੂ ਨੇ, ਉਹ ਸਤਨਾਮ ਵਾਹਿਗੁਰੂ ਦਾ ਆਪਣੇ ਮਨ ਦੀ ਬਿਰਤੀ ਲਾ ਕੇ, ਬੁੱਧੀ ਜਿਹੜੀ ਟਿਕਾ ਕੇ, ਮਨ ਨੂੰ ਇਕਾਗਰ ਕਰਕੇ, ਚਿੱਤ ਇਕਾਗਰ ਕਰਕੇ ਸਿਮਰਿਆ ਕਰ ਸਤਨਾਮ ਵਾਹਿਗੁਰੂ। ਮਮ ਮੂਰਤ ਤਰ ਧਿਆਨ ਬਣਾਈ। ਤੇ ਜਦੋਂ ਸਿਮਰਨ ਕਰਨਾ ਹੈ, ਧਿਆਨ ਬਣਾ ਕੇ, ਭਾਵ ਬਣਾ ਸਵਾਰ ਕੇ ਧਿਆਨ ਲਾਉਣਾ ਹੈ, ਤੇ ਸਾਡੇ ਸਰੂਪ ਦਾ ਧਿਆਨ ਧਰਨਾ ਹੈ। ਭਾਵ ਜੋ ਸਾਡਾ ਸਰੂਪ ਦੇਖ ਰਿਹਾ ਨਾ ਇਸ ਵਕਤ, ਇਹ ਸਰੂਪ ਦਾ ਧਿਆਨ ਧਰ ਕੇ ਤੇ ਰਸਨਾ ਨਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਿਮਰਨ ਕਰਨਾ ਹੈ। ਜਿਵੇਂ ਮਹਾਰਾਜ ਬਚਨ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮਤ ਕੋ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਇਸ ਤਰ੍ਹਾਂ ਸਾਡੇ ਸਰੂਪ ਦੀ ਮੂਰਤ ਧਾਰ ਕੇ ਭਾਈ ਹਰਦਾਸ ਧਿਆਨ ਲਾ।
ਰਹੋ ਗਵਾਲੀਅਰ ਮਹਿ ਅਬ ਜਾਏ। ਤੇ ਤੂੰ ਜਿੱਥੇ ਸਾਡਾ ਸਥਾਨ ਗਵਾਲੀਅਰ ਉੱਥੇ ਹੀ ਚਲਿਆ ਜਾ, ਕਿਉਂਕਿ ਮਹਾਰਾਜ ਨੂੰ ਪਤਾ ਸੀ ਸਾਰੇ ਸਿੱਖ ਸੇਵਕ ਇੱਥੇ ਆ ਗਏ, ਉੱਥੇ ਉਸਨੇ ਕੌਤਕ ਕੀਤਾ, ਉਸ ਸਥਾਨ ਤੇ ਵੀ ਕੋਈ ਨਾ ਕੋਈ ਚਾਹੀਦਾ ਹੀ ਹੈ। ਤਾਂ ਭਾਈ ਹਰਦਾਸ ਜੀ ਦੀ ਮਹਾਰਾਜ ਨੇ ਸੇਵਾ ਲਾ ਕੇ ਕਿਹਾ, ਭਾਈ ਉੱਥੇ ਚਲਿਆ ਜਾ, ਨਾਲ ਸਾਡੇ ਸਥਾਨ ਦੀ ਸੇਵਾ ਕਰ, ਨਾਲ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰ। ਦੁਹ ਲੋਕਨ ਮਹਿ ਬਹੁ ਸੁਖ ਪਾਏ। ਤੂੰ ਭਾਈ ਫਿਕਰ ਨਾ ਕਰ, ਇੱਥੇ ਉੱਥੇ ਰਖਵਾਲਾ ਅਸੀਂ ਤੇਰੇ, ਇੱਥੇ ਉੱਥੇ ਰਖਵਾਲੇ ਦੋਹਾਂ ਲੋਕਾਂ ਵਿੱਚ ਹੀ, ਇਸ ਲੋਕ ਵਿੱਚ ਵੀ ਪਰ ਲੋਕ ਵਿੱਚ ਵੀ ਬੇਅੰਤੀ ਸੁਖ ਪਾਏਗਾ। ਸੰਕਟ ਪਰੇ ਸਿਮਰ ਉਰ ਸਾਦਰ। ਹਾਂ ਅਸੀਂ ਤੈਨੂੰ ਵਚਨ ਕਰਦੇ ਹਾਂ, ਜਦੋਂ ਤੇਰੇ ਤੇ ਸੰਕਟ ਪੈ ਜਾਵੇ, ਤੇਰੇ ਤੇ ਭੀੜ ਪੈ ਜਾਵੇ, ਤੂੰ ਸਾਨੂੰ ਯਾਦ ਕਰਨਾ ਬੜੇ ਆਦਰ ਨਾਲ, ਬੜੇ ਸਤਿਕਾਰ ਨਾਲ, ਸ਼ਰਧਾ ਭਾਵਨਾ ਨਾਲ। ਤਤ ਛਿਨ ਹਮ ਹੋਵੇਂ ਤੋ ਹਾਦਰ। ਬੜੀ ਛੇਤੀ ਦੇ ਨਾਲ ਤੇਰੇ ਪਾਸ ਹਾਜ਼ਰ ਹੋ ਜਾਵਾਂਗੇ, ਕਿਉਂਕਿ ਸੇਵਕ ਕੋ ਨਿਗਟੀ ਹੋਏ ਦਿਖਾਵੇ। ਇਹ ਮਹਾਰਾਜ ਦੇ ਚੋਜ ਹੀ ਹੈ। ਗੁਰੂ ਮਹਾਰਾਜ ਕਿਤੇ ਜਾਂਦੇ ਆਉਂਦੇ ਥੋੜੀ ਵੀ ਗੁਰੂ ਸਾਹਿਬ ਕਿਤੇ ਚਲੇ ਗਏ ਆ, ਜਾਂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਹੈ, ਇੱਥੇ ਹਜੂਰ ਸਾਹਿਬ ਨਹੀਂ ਹੈਗੇ, ਹਜੂਰ ਸਾਹਿਬ ਹੈਗੇ ਅੰਮ੍ਰਿਤਸਰ ਨਹੀਂ ਹੈਗੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਿਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਏ। ਗੁਰੂ ਸਾਹਿਬ ਦੇ ਸਾਰਿਆਂ ਵਿੱਚ ਹੀ ਸੁਭਾਏ ਮਾਨ ਹੈ, ਬਸ ਯਾਦ ਕਰਨ ਦੀ ਜਾਚ ਹੋਣੀ ਚਾਹੀਦੀ ਹੈ। ਸਾਨੂੰ ਮਾਰੇ ਭਾਵਨਾ ਬਖਸ਼ ਦੇਣ, ਜਿਸ ਕਰਕੇ ਗੁਰੂ ਸਾਹਿਬ ਦੇ ਹਰ ਥਾਂ ਹੀ ਹਾਜ਼ਰ ਨਾਜ਼ਰ ਹੈ, ਹਾਜ਼ਰ ਹਜੂਰ ਹੈ ਕਿ ਹਾਜ਼ਰ ਹਜੂਰ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉੱਥੇ ਹਾਜ਼ਰ ਹੋ ਜਾਵਾਂਗੇ ਭਾਈ। ਅਪਰ ਨਰਨ ਕੋ ਸਿੱਖੀ ਦੀਜੈ। ਇੱਥੋਂ ਚਲਿਆ ਜਾ, ਗਵਾਲੀਅਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ, ਤੇ ਹੋਰਨਾਂ ਸਿੱਖਾਂ ਨੂੰ ਸਿੱਖ ਬਣਾ ਕੇ ਸਿੱਖੀ ਦੇ। ਕਰ ਸੰਗਤ ਮਿਲ ਗੁਰੂ ਜਪੀਜੈ। ਸਾਰੀ ਇੱਥੇ ਸੰਗਤ ਕਰਨੀ ਹੈ ਭਾਈ ਹਰਦਾਸ, ਸੰਗਤ ਕਰਕੇ ਸੰਗਤ ਵਿੱਚ ਮਿਲ ਕੇ ਤੇ ਗੁਰੂ ਗੁਰੂ ਜਪਣਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਗੁਰੂ ਗੁਰ ਕਰ ਮਨ ਮੇਰੇ। ਇਸ ਤਰ੍ਹਾਂ ਵਾਹਿਗੁਰੂ ਪਾਸ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਵੇਖੋ ਕਿੱਡਾ ਉਪਦੇਸ਼ ਕੀਤਾ ਵੀ ਸੰਗਤ ਵਿੱਚ ਬੈਠ ਕੇ, ਕਿਉਂਕਿ ਸੰਗਤ ਦਾ ਇੰਨਾ ਲਾਹਾ। ਮਹਾਰਾਜ ਕਹਿੰਦੇ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ। ਬਾਹਰ ਤਪ ਕੀਤਾ, ਬਾਹਰ ਜਪ ਕੀਤਾ, ਸਾਧ ਸੰਗਤ ਜੀ ਸਾਲਾਂ ਬੱਧੀ ਸੰਗਤ ਵਿੱਚ ਬੈਠਿਆਂ, ਬਸ ਮਿੰਟਾਂ ਦੀ ਗੱਲ ਹੈ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜੋ ਵੀ ਕਰੋਗੇ ਲਾਭ ਹੀ ਲਾਭ ਹੈ। ਸੰਗਤ ਵਿੱਚ ਮਾਣ ਮਿਟਦਾ ਹੈ, ਇੱਕ ਤੋਂ ਇੱਕ ਰੂਹਾਂ ਦੇ ਦਰਸ਼ਨ ਹੁੰਦੇ ਹੈ, ਨਿਮਾਣੇ ਹੋ ਕੇ ਨੀਵੇਂ ਬੈਠੀਦਾ ਹੈ। ਪਤਾ ਚੱਲਦਾ ਵੀ ਮੇਰੇ ਤੋਂ ਵੀ ਉੱਪਰ ਇੱਥੇ ਸੰਗਤ ਵਿੱਚ ਰਹਿੰਦੇ ਆ, ਬੜੇ ਬੜੇ ਤਪਸਵੀ ਰਹਿੰਦੇ ਹੈ। ਇਸ ਕਰਕੇ ਸੰਗਤ ਦਾ ਬਹੁਤ ਲਾਹਾ ਹੈ। ਤਾਂ ਮਹਾਰਾਜ ਕਹਿੰਦੇ ਭਾਈ ਸੰਗਤ ਵਿੱਚ ਮਿਲ ਕਰਕੇ ਤੇ ਗੁਰੂ ਗੁਰੂ ਜਪਣਾ ਹੈ। ਜਥਾ ਨਿਕਟ ਅਬ ਦਰਸ਼ਨ ਕਰੈ। ਜਥਾ ਜਿਸ ਤਰ੍ਹਾਂ ਤੂੰ ਹੁਣ ਸਾਨੂੰ ਕੋਲ ਹੀ ਖੜਿਆ ਹੋਇਆ ਦਰਸ਼ਨ ਕਰ ਰਿਹਾ ਭਾਈ ਹਰਦਾਸ। ਤਥਾ ਮਹਾਫਲ ਸੰਮਤ ਤਰੈ। ਕਹਿੰਦੇ ਤੈਸੇ ਹੀ ਤੂੰ ਸਾਲ ਬਾਅਦ ਵੀ ਸਾਡਾ ਦਰਸ਼ਨ ਕਰੇਗਾ ਨਾ, ਇੰਨਾ ਤੈਨੂੰ ਫਲ ਪ੍ਰਾਪਤ ਹੋਊ ਜਿਵੇਂ ਪ੍ਰਤੱਖ ਦਰਸ਼ਨ ਕਰ ਰਿਹਾ ਹੈ। ਭਾਵ ਉੱਥੇ ਜਿੱਥੇ ਤੇਰੀ ਸੇਵਾ ਲਈ ਉੱਥੇ ਸੇਵਾ ਕਰ, ਸਿਮਰਨ ਕਰ, ਸਿੱਖ ਜੋੜ, ਗੁਰਮਤਿ ਦਾ ਪ੍ਰਚਾਰ ਕਰ। ਸਾਲ ਬਾਅਦ ਵੀ ਦਰਸ਼ਨ ਕਰੇਗਾ ਤੇ ਇੰਨਾ ਹੀ ਲਾਹਾ ਹੋਵੇਗਾ। ਸੁਨ ਉਰ ਪ੍ਰੇਮ ਬਿਲੋਚਨ ਭਰੇ। ਸੁਣ ਕਰਕੇ ਮਹਾਰਾਜ ਦੇ ਬਚਨ ਤੇ ਸਾਧ ਸੰਗਤ ਜਿਹੜੇ ਪ੍ਰੇਮ ਦੇ ਨਾਲ ਨੇਤਰ ਭਰ ਗਏ ਹੈ, ਕਿਉਂਕਿ ਬਬੀਹੇ ਵਾਲੀ ਹਾਲਤ ਹੈ ਨਾ, ਅੰਦਰ ਪ੍ਰੇਮ ਹੈ ਬੜਾ ਗੁਰੂ ਦੇ ਪ੍ਰਤੀ, ਜਿਸ ਕਰਕੇ ਨੇਤਰਾਂ ਵਿੱਚ ਵਿਰਾਗ ਦਾ ਜਲ ਭਰ ਆਇਆ ਹੈ। ਗੁਰ ਬਿਸ਼ਰਨ ਤੇ ਦੁਖ ਬਹੁ ਕਰੇ। ਗੁਰੂ ਮਹਾਰਾਜ ਜੀ ਤੋਂ ਵਿਛੜਨ ਦਾ ਜਿਹੜਾ ਦੁੱਖ ਹੈ ਉਹ ਬਹੁਤ ਕਰਦਾ ਹੈ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ। ਜਿਸ ਪਿਆਰੇ ਨਾਲ ਪ੍ਰੇਮ ਹੋਵੇ ਨਾ ਸਾਧ ਸੰਗਤ ਜੀ, ਉਹਦੇ ਬਿਨਾਂ ਰਿਹਾ ਨਹੀਂ ਜਾਂਦਾ। ਹਜੇ ਕਿ ਹਾਲਾਂਕਿ ਸਾਡਾ ਦੁਨਿਆਵੀ ਪ੍ਰੇਮ ਹੈ ਤਾਂ ਵੀ ਪਰੇਸ਼ਾਨ ਹੋ ਜਾਂਦੇ ਆ, ਪਰ ਜਿੱਥੇ ਪਰਮੇਸ਼ਰ ਦਾ ਪ੍ਰੇਮ ਉੱਥੇ ਦੇ ਰੰਗ ਹੀ ਵੱਖਰਾ। ਰੰਗ ਹੱਸੈ ਹੈ, ਰੰਗ ਰੋਵ ਹੈ, ਚੁੱਪ ਪੀ ਕਰ ਜਾਹੇ। ਉੱਥੇ ਦੇ ਰੰਗ ਹੀ ਵੱਖਰਾ ਹੈ। ਉਹਦੇ ਪ੍ਰੇਮ ਦੀ ਕਹਿਣ ਕਥਨ ਤੋਂ ਪਰੇ ਗੱਲ ਹੈ। ਤੇ ਬੜਾ ਔਖਾ, ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। हे ਗੁਰੂ ਰਾਮਦਾਸ ਮਹਾਰਾਜ, ਤੁਸਾਂ ਨੇ 1 ਸਾਲ ਭੇਜਿਆ, ਸਾਨੂੰ 2 ਸਾਲ ਭੇਜਿਆ, ਇੱਥੇ ਤੇ ਇੱਕ ਘੜੀ ਨਹੀਂ ਮਿਲਦੇ ਤੇ ਕਲਯੁਗ ਹੋ ਜਾਂਦਾ ਹੈ। ਇਹ ਪ੍ਰੇਮ ਦੀ ਅਵਸਥਾ ਹੈ, ਜਿਸ ਕਰਕੇ ਬਹੁਤ ਦੁੱਖ ਪਾ ਰਿਹਾ ਭਾਈ ਹਰਦਾਸ ਵੀ ਮਹਾਰਾਜ ਜੀ ਦੇ ਵਿਛੜ ਜਾਣਾ ਹੈ, ਆਗਿਆ ਮੋੜੀ ਨਹੀਂ ਜਾ ਸਕਦੀ। ਦੇ ਗੁਰ ਧੀਰ ਵਿਦਾ ਕਰ ਦੀਨੋ। ਮਹਾਰਾਜ ਨੇ ਬੜੀ ਧੀਰਜ ਦਿੱਤੀ ਹੈ। ਭਾਈ ਹਰਦਾਸ ਹੌਸਲਾ ਰੱਖ, ਗੁਰੂ ਕਦੀ ਦੂਰ ਨਹੀਂ ਹੁੰਦੇ, ਗੁਰੂ ਨੇੜੇ ਹੀ ਹੁੰਦੇ ਆ। ਤੂੰ ਚਿੰਤਾ ਨਾ ਕਰ, ਤੈਨੂੰ ਕਿਹਾ ਨਾ ਜਿਵੇਂ ਸਿਮਰੇਗਾ ਤਿਵੇਂ ਹਾਜ਼ਰ ਨਾਜ਼ਰ ਹੋ ਜਾਇਆ ਕਰਾਂਗੇ। ਇਸ ਤਰ੍ਹਾਂ ਧੀਰਜ ਹੌਸਲਾ ਦੇ ਕੇ ਤੋਰਿਆ ਹੈ। ਤਰ ਉਰ ਮੂਰਤ ਪਿਆ ਨਾ ਕੀਨੋ। ਮਹਾਰਾਜ ਦੇ ਜਿਹੜੇ ਸੁੰਦਰ ਮੂਰਤ ਹੈ, ਮੋਹਨ ਮੋਹੇ ਲਿਆ ਮਨ ਮੇਰਾ।
ਐਸੇ ਸੁੰਦਰ ਸਰੂਪ ਦੀ ਮੂਰਤ ਨੂੰ ਧਾਰ ਕੇ ਤੇ ਜਿਹੜਾ ਚਾਲਾ ਮਾਰ ਦਿੱਤਾ, ਚੱਲਣਾ ਕੀਤਾ ਹੈ। ਜੀਵਤ ਰਹਿਓ ਸਿਮਰ ਤਬ ਗੁਰ ਕੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੰਨਾ ਚਿਰ ਜਿਉਂਦੇ ਰਹੇ ਆ ਨਾ ਭਾਈ ਹਰਦਾਸ ਜੀ, ਗੁਰੂ ਮਹਾਰਾਜ ਤਦੋਂ ਤੱਕ ਸਿਮਰਦੇ ਰਹੇ, ਚੇਤੇ ਯਾਦ ਹੀ ਕਰਦੇ ਰਹੇ ਐ। ਅੰਤ ਸਮੇਂ ਪ੍ਰਾਪਤ ਸੁਰਪੁਰ ਕੋ। ਅੰਤ ਸਮੇਂ ਜਿਹੜੇ ਆ ਸੁਰਪੁਰ ਭਾਵ ਦੇਵਤਿਆਂ ਦੀ ਪੁਰੀ ਨਹੀਂ, ਇੱਥੇ ਅਰਥ ਇੱਥੇ ਭਾਵ ਸਤਿਗੁਰੂ ਦਾ ਸੱਚਖੰਡ ਧਾਮ ਨੂੰ ਪ੍ਰਾਪਤ ਕੀਤਾ ਸੀ ਭਾਈ ਹਰਦਾਸ ਨੇ। ਬੋਲਿਓ ਜੇਠਾ ਚੰਦੂ ਮੰਦ। ਇੰਨੇ ਚਿਰ ਨੂੰ ਕਹਿੰਦੇ ਉਹ ਸਾਰਾ ਕੌਤਕ ਵੇਖੇ ਭਾਈ ਜੇਠਾ ਜਿਹੜਾ ਉਹ ਬੋਲਿਆ, ਕਹਿੰਦਾ ਸਤਿਗੁਰੂ ਮਹਾਰਾਜ ਜੀ, ਇਹ ਜਿਹੜਾ ਚੰਦੂ ਹੈ ਮੰਦੀ ਮਤ ਵਾਲਾ, ਭੈੜਾ, ਦੁਸ਼ਟ, ਬਨਿਤਾ ਇਸ ਆਈ ਅਰਨੰਦ। ਤੇ ਇਸ ਦੀ ਜਿਹੜੀ ਹੈ ਘਰ ਵਾਲੀ ਹੈ ਤੇ ਪੁੱਤਰ ਵੀ ਆਇਆ ਹੋਇਆ ਹੈ। ਸੋ ਰਾਵਰ ਨੇ ਕਹਿ ਛੁਟਵਾਏ। ਉਹ ਆਪ ਜੀ ਨੇ ਵੇਖੋ ਕਹਿ ਕੇ ਛਡਵਾ ਦਿੱਤੇ ਵੀ ਛੱਡ ਦਈਏ, ਛੱਡਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ, ਵੀ ਦੁਸ਼ਟੀ ਹੈ ਲਾਣਾ ਚਾਹੀਏ ਇਹ ਦੁਸ਼ਟ ਮੂਲ ਬਿਨਸਾਏ। ਮਹਾਰਾਜ ਸਾਡੀ ਤੇ ਇਹੀ ਸਲਾਹ ਵੀ ਇਹ ਸਾਰੇ ਜਿਹੜੇ ਦੁਸ਼ਟ ਸੀ ਭਾਵ ਦੁਸ਼ਟ ਪਰਿਵਾਰ ਹੀ ਸੀ, ਤੇ ਇਹਨਾਂ ਦੁਸ਼ਟਾਂ ਨੂੰ ਨਾਸ ਹੀ ਕਰ ਦੇਣਾ ਚਾਹੀਦਾ ਸੀ। ਜਗ ਮਹਿ ਨਹਿ ਇਸਕੀ ਜਰ ਰਹਿ। ਅਸੀਂ ਤੇ ਚਾਹੁੰਦੇ ਚੰਦੂ ਦੀ ਜਿਹੜੀ ਜੜ ਉਹ ਰਹਿਣੀ ਨਹੀਂ ਚਾਹੀਦੀ, ਕਿਉਂਕਿ ਜਿਸਨੇ ਗੁਰੂ ਘਰ ਨਾਲ ਮੱਥਾ ਲਾਇਆ, ਆਮ ਇਨਸਾਨ ਨਾਲ ਮੱਥਾ ਲਾਈਏ ਤੇ ਉਹਦੀ ਨਹੀਂ ਜੜ ਰਹਿਣੀ ਚਾਹੀਦੀ। ਇਹਦੇ ਤੇ ਗੁਰੂ ਘਰ ਨਾਲ ਮੱਥਾ ਲਾਇਆ, ਇਸ ਕਰਕੇ ਮਹਾਰਾਜ ਇਹਦੀ ਤੇ ਅਸੀਂ ਚਾਹੁੰਦੇ ਜੜ ਹੀ ਨਹੀਂ ਸੀ ਰਹਿਣੀ ਚਾਹੀਦੀ। ਮਰਹਿ ਸਜਾਏ ਨਰਕ ਕੀ ਲਹੈ। ਇਹਦੇ ਮਰੇਗਾ ਨਾ ਅੰਤ ਨੂੰ ਵੀ ਨਰਕ ਹੀ ਪ੍ਰਾਪਤ ਕਰੇਗਾ, ਕੁੰਭੀ ਨਰਕ 'ਚ ਪਹੇਗਾ ਕੋੜੀ ਹੋ ਕੇ। ਸੰਕਟ ਭਰਹਿ ਜੁਗਨ ਲਗ ਪਰਿਓ। ਜੁਗਾਂ ਤੱਕ ਨਰਕ 'ਚ ਪਿਆ ਰਹੇਗਾ ਤੇ ਸੰਕਟ ਨੂੰ ਹੀ ਪਾਵੇਗਾ, ਬੜਾ ਕਲੇਸ਼ ਦੁੱਖ ਪਾਵੇਗਾ। ਅਤ ਕੁਕਰਮ ਪਾਪੀ ਨੇ ਕਰਿਓ। ਕਿਉਂਕਿ ਇਸ ਪਾਪੀ ਨੇ ਅਤ ਬੇਅੰਤੀ ਕੁਕਰਮ ਕੀਤਾ। ਸਤਿਗੁਰੂ ਪਰਮੇਸ਼ਰ ਹੈ, ਗੁਰ ਜੈਸਾ ਨਾਹੀ ਕੋ ਦੇਵ। ਉਸ ਗੁਰੂ ਨੂੰ ਸ਼ਹੀਦ ਕਰਦਾ ਤੇ ਨਾਲੇ ਬਕੜਵਾਦ ਕਰਦਾ ਸੀ ਇਹ ਚੰਦੂ। ਇਹ ਪਾਪੀ ਨੇ ਬੜਾ ਕੁਕਰਮ ਖੋਟਾ ਕੀਤਾ ਸੀ। ਤਬ ਸ਼੍ਰੀ ਹਰਗੋਬਿੰਦ ਉਚਾਰਾ। ਇਸ ਤਰ੍ਹਾਂ ਕ੍ਰੋਧ ਵਾਲੇ ਗੁੱਸੇ ਵਾਲੇ ਬਚਨ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਭਲੇ ਪੁਰਖ ਕੀ ਨਹਿ ਅਹਕਾਰਾ। ਭਾਈ ਇਹ ਵੇਖੋ ਸਿੱਖੋ, ਇਹ ਤੁਹਾਨੂੰ ਹੀ ਉਪਦੇਸ਼ ਕਰਦੇ, ਇਹ ਚੰਗੇ ਪੁਰਖਾਂ ਦਾ ਕੰਮ ਨਹੀਂ ਹੁੰਦਾ। ਭਾਵੇਂ ਜਿਵੇਂ ਤੁਸੀਂ ਕਹਿ ਰਹੇ ਨਾ ਪੁੱਤਰ ਨੂੰ ਵੀ ਮਾਰ ਦਈਏ, ਘਰ ਵਾਲੀ ਵੀ ਮਾਰ ਦਈਏ, ਇਹ ਚੰਗੇ ਪੁਰਖਾਂ ਦਾ ਕੰਮ ਨਹੀਂ ਹੈ। ਕਿਆ ਦਾਰਾ ਪਰ ਕਰਨ ਪ੍ਰਹਾਰ। ਕਿਉਂਕਿ ਹੇ ਭਾਈ ਦੱਸੋ, ਇਹ ਜੋ ਇਸਤਰੀ ਹੈ ਦੱਸ ਉਹ ਤੇ ਕੀ ਵਾਰ ਕਰਨਾ ਹੈ? ਭਾਵ ਕੀ ਅਸੀਂ ਐਡੇ ਮਹਾਨ ਸਤਿਗੁਰੂ ਹੋ ਕੇ ਉਹ ਇਸਤਰੀ ਨੂੰ ਮਾਰਦੇ ਕੀ ਚੰਗੇ ਲੱਗਦੇ? ਕੀ ਵਾਰ ਕਰਨਾ ਇਸ ਇਸਤਰੀ ਦੇ? ਛੋਰ ਦੇਤ ਹੈ ਹਿਰਦੇ ਵਿਚਾਰ। ਇਸ ਕਰਕੇ ਹਿਰਦੇ ਵਿੱਚ ਵਿਚਾਰ ਕੇ ਹੀ ਤੇ ਛੱਡ ਹੀ ਦਿੱਤਾ ਹੈ। ਛੱਡ ਹੀ ਦੇਣਾ ਚਾਹੀਦਾ ਤੁਹਾਨੂੰ, ਹਿਰਦੇ ਵਿੱਚ ਵਿਚਾਰ ਕੇ ਛੋੜ ਹੀ ਦੇਣਾ ਚਾਹੀਦਾ ਹੈ। ਇਸਕੇ ਸੁਤ ਕੋ ਪੁਨ ਹਮ ਮਾਰੈ। ਹਾਂ ਜੋ ਤੁਸੀਂ ਕਹਿੰਦੇ ਨਾ ਵੀ ਇਹਦੇ ਪੁੱਤਰ ਨੂੰ ਮਾਰਨਾ ਚਾਹੀਦਾ, ਭਾਈ ਸਾਹਿਬ ਜੀ ਫਿਕਰ ਨਾ ਕਰੋ, ਇਹਦੇ ਪੁੱਤਰ ਨੂੰ ਜ਼ਰੂਰ ਅਸੀਂ ਮਾਰਾਂਗੇ। ਰਚ ਹੈ ਯੁੱਧ ਜਬ ਸ਼ਸਤਰ ਪ੍ਰਹਾਰੈ। ਪਰ ਸੂਰਮਿਆਂ ਦੀ ਤਰ੍ਹਾਂ ਮਾਰਾਂਗੇ। ਜਦੋਂ ਇਹ ਯੁੱਧ ਕਰ ਲਈ ਆਏਗਾ ਨਾ, ਯੁੱਧ ਰਚੇਗਾ, ਭਾਵੇਂ ਨੇ ਬਥੇਰੇ ਹੁਣ ਹੱਥ ਪੈਰ ਮਾਰਨੇ ਆ, ਬਾਦਸ਼ਾਹ ਤੱਕ ਜਾਣਾ ਹੈ, ਇਹਨੇ ਹੋਰ ਵੀ ਕਈ ਹੀਲੇ ਕਰਨੇ ਆ। ਜਦੋਂ ਯੁੱਧ ਰਚੇਗਾ ਫਿਰ ਸ਼ਸਤਰ ਦਾ ਵਾਰ ਕਰਾਂਗੇ, ਸ਼ਸਤਰ ਨਾਲ ਇਹਨੂੰ ਜਿਹੜਾ ਸੋਧਾ ਲਾਵਾਂਗੇ, ਮਾਰਾਂਗੇ। ਅਬ ਤਿਆਗਨ ਹੀ ਬਨ ਹੈ ਵਿਚਾਰੋ। ਇਸ ਕਰਕੇ ਭਾਈ ਜੀ ਹੁਣ ਤੇ ਤਿਆਗਣਾ ਹੀ ਜਿਹੜਾ ਬਣਦਾ ਛੱਡ ਹੀ ਦੇਣਾ ਯੋਗ ਹੈ। ਬਹੁਰ ਤੁਰਕ ਬ੍ਰਿੰਦਨ ਜੁਤ ਮਾਰਾਂ। ਫੇਰ ਤੁਰਕਾਂ ਦੇ ਜਦੋਂ ਸਮੂਹ ਆਉਣਗੇ, ਭਾਵ ਬਥੇਰੇ ਚੜ ਆਉਣੇ, ਵੈਰੀ 4 ਜੰਗਾਂ ਅਸੀਂ ਕਰਨੀਆਂ। ਮਹਾਰਾਜ ਦਾ ਭਵਿੱਖ ਦੀ ਬਾਗ ਸਮਝ ਲਓ। ਮਹਾਰਾਜ ਕਹਿੰਦੇ ਬਹੁਤੇ ਤੁਰਕ ਇਕੱਠੇ ਹੋ ਕੇ ਆਉਣਗੇ, ਉਹਨਾਂ ਵਿੱਚ ਹੀ ਮਾਰਾਂਗੇ ਇਹਨੂੰ, ਉਹਨਾਂ ਦੇ ਸਹਿਤ। ਸ਼੍ਰੀ ਗੁਰੂ ਕੋ ਸੁਨ ਕਰ ਪ੍ਰਸਥਾਨ। ਇੱਧਰ ਸਤਿਗੁਰੂ ਮਹਾਰਾਜ ਨੇ ਵੀ ਦਿੱਲੀ ਤੋਂ ਚਾਲਾ ਮਾਰ ਦੇਣਾ ਹੈ, ਤੋਂ ਚਲੇ ਜਾਣਾ ਹੈ। ਚਾਲਾ ਸੁਣ ਕੇ ਪੁਰ ਸੰਗਤ ਦਰਸੈ ਗਨਾ। ਦਿੱਲੀ ਦੀ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕਰਨ ਵਾਸਤੇ ਬਹੁਤ ਵੱਧ ਚੜ ਕੇ ਆ ਰਹੀ ਹੈ। ਬਹੁਤ ਸੰਗਤ ਦਾ ਤਾਂਤਾ ਲੱਗਾ ਹੋਇਆ ਹੈ। ਅਨੇਕ ਉਪਾਇਨ ਧਰ ਧਰ ਬੰਦਹਿ। ਬੜੀਆਂ ਭੇਟਾਵਾਂ ਰੱਖ ਰਹੇ ਹੈ, ਭੇਟਾਵਾਂ ਰੱਖ ਕੇ ਜਥਾ ਸ਼ਕਤ ਜਿੰਨੀ ਦੀ ਸ਼ਕਤੀ ਹੈ ਤੇ ਮੱਥੇ ਟੇਕ ਰਹੇ ਹਨ। ਪਾਏ ਮਨੋਰਥ ਹੋਤ ਆਨੰਦ ਹੈ। ਬੜਾ ਆਨੰਦ ਹੋ ਰਿਹਾ, ਕਿਉਂਕਿ ਮਨੋਰਥ ਪਾ ਰਹੇ ਹੈ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸੈ ਕਾਮ ਧੇਨਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾ ਹੁਆ ਸੱਚ ਹੋਵੈ। ਗੁਰੂ ਅੱਗੇ ਜੋ ਮੰਗਾਂਗੇ ਉਹਦੇ ਮਿਲ ਹੀ ਜਾਣਾ ਹੈ। ਬਸ ਮੰਗਣ ਦੀ ਜਾਚ ਹੋਵੇ ਸਹੀ। ਜਾਚਕ ਮੰਗੇ ਦਾਨ ਦੇਹ ਪਿਆਰਿਆ।
ਇਸ ਤਰ੍ਹਾਂ ਜਿਹੜੇ ਮਨੋਰਥ ਫੁਰਨੇ ਕਰਦੇ ਉਹੀ ਪਾ ਰਹੇ ਹੈ, ਮਨੋਰਥ ਤੇ ਆਨੰਦ ਪਾ ਰਹੇ ਹੈ। ਸਭ ਹਿਨ ਕੋ ਦੀਨੋ ਉਪਦੇਸ਼, ਮਹਾਰਾਜ ਦੇ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਦੇ ਰਹੇ, ਜਿਹੜਾ ਮਹਾਨ ਉਪਦੇਸ਼ ਹੈ। ਸਤਨਾਮ ਕੋ ਭਜੋ ਹਮੇ, ਮਹਾਰਾਜ ਕਹਿੰਦੇ ਭਾਈ ਜਿੱਥੇ ਧਨ ਲక్ష్ਮੀ ਇਹ ਜ਼ਮੀਨ ਜਾਇਦਾਦ ਘਰ ਦੇ ਵਸਤੂ ਘਰੇਲੂ ਵਸਤੂਆਂ ਮੰਗਦੇ, ਦੁਨਿਆਵੀ ਪਦਾਰਥ ਮੰਗਦੇ, ਅਸੀਂ ਉੱਥੇ ਕਹਿੰਦੇ ਆ ਭਾਈ ਸਤਨਾਮ ਵਾਹਿਗੁਰੂ ਦਾ ਹਮੇਸ਼ਾ ਸਿਮਰਨ ਕਰਿਆ ਕਰੋ। ਸਤਨਾਮ ਨਹੀਂ ਤਾਰਨਾ ਹੈ। ਨਾਮ ਬਿਨਾ ਕਹੋ ਕੋ ਤਰਿਆ, ਨਾਮ ਤੋਂ ਬਿਨਾ ਕੌਣ ਤਰਿਆ। ਇਹ ਜਿਹੜੀਆਂ ਵਸਤੂਆਂ ਪਦਾਰਥ ਸਭ ਇੱਥੇ ਰਹਿ ਜਾਣੇ ਆ, ਤੇ ਗੁਰੂ ਦਾ ਕੰਮ ਹੈ, ਗੁਰੂ ਦਾ ਇਹ ਮਾਰੇ ਸਿਧਾਂਤ ਹੈ ਵੀ ਸਿੱਖ ਨੂੰ ਤਾਰਨਾ। ਸਤਿਗੁਰੂ ਦਾ ਅਵਤਾਰ ਹੀ ਤਾਂ ਹੋਇਆ ਸਿੱਖਾਂ ਨੂੰ ਤਾਰਨ ਵਾਸਤੇ। ਤਾਂ ਮਹਾਰਾਜ ਕਹਿੰਦੇ ਸੱਚਾ ਸੁੱਚਾ ਉਪਦੇਸ਼ ਜੋ ਸਤਨਾਮ ਵਾਹਿਗੁਰੂ ਹੈ ਉਹਦਾ ਉਪਦੇਸ਼ ਕਰਦੇ ਭਾਈ ਸਿਮਰਨ ਕਰਿਆ ਕਰੋ। ਗੁਰ ਕੋ ਸੇਵੋ ਜਨਮ ਸੁਧਾਰੋ, ਆਪਣੇ ਗੁਰੂ ਦੀ ਸੇਵਾ ਕਰੋ, ਆਪਣਾ ਜਨਮ ਸੁਧਾਰੋ। ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ ਨ ਬਸਾਹੇ। ਉੱਥੇ ਤੇ ਕਾਲ ਵੀ ਕੰਮ ਨਹੀਂ ਕਰਦਾ ਹੈ ਭਾਈ। ਗੁਰਮੁਖ ਬਣੋ ਅੰਤ ਨਹਿ ਹਾਰੋ, ਗੁਰਮੁਖ ਬਣੋ ਜਿਸ ਕਰਕੇ ਤੁਸੀਂ ਅੰਤ ਨਹੀਂ ਹਾਰੋਗੇ। ਭਾਵ ਅੰਤ ਵੇਲੇ ਤੁਸੀਂ ਖਾਲੀ ਹੱਥ ਨਹੀਂ ਜਾਓਗੇ, ਕਿਉਂਕਿ ਜਿਹੜੇ ਗੁਰਮੁਖ ਬਣਦੇ ਭਾਵ ਗੁਰੂ ਜਿਨ੍ਹਾਂ ਨੇ ਮੁਖ ਆਪਣਾ ਗੁਰੂ ਵੱਲ ਕੀਤਾ ਹੋਇਆ, ਗੁਰਮੁਖ ਬਣੋ ਭਾਈ, ਮਨਮੁਖ ਨਾ ਬਣੋ। ਗੁਰਮੁਖਾਂ ਵਾਲੀ ਅਵਸਥਾ ਬਣਾਓ। ਗੁਰਮੁਖ ਜਿਹੜੇ ਜਨਮ ਸਵਾਰ ਕੇ ਇੱਥੋਂ ਜਾਂਦੇ ਆ, ਇਹ ਸੰਸਾਰ ਦੇ ਪਦਾਰਥਾਂ ਤੋਂ ਠੀਕ ਹੈ ਵੀ ਹਾਰ ਕੇ ਜਾਂਦੇ ਹੈ। ਹਾਰ ਕੇ ਜਾਣਾ ਕੀ ਹੈ? ਸੰਤ ਗੁਰਮੁਖ ਹੁੰਦੇ ਨਾ ਕਮਾਈ ਵਾਲੇ, ਉਹਨਾਂ ਕੋਲ ਸਾਰੇ ਪਦਾਰਥ ਮਾਇਆ ਪੈਸਾ ਧੇਲਾ ਕੀ ਨਹੀਂ ਹੁੰਦਾ, ਸਭ ਕੁਝ ਹੁੰਦਾ ਹੈ। ਪਰ ਉਹ ਸੰਤ ਕੀ ਕਰਦੇ ਆ? ਨਾ ਤਾਂ ਸਾਡੇ ਲੋਕਾਂ ਵਾਂਗ ਉਹਨਾਂ ਚੰਗਾ ਚੋਖਾ ਬਹੁਤਾ ਖਾਣਾ, ਨਾ ਉਹਨਾਂ ਨੇ ਚੰਗੇ ਚੋਖੇ ਬਹੁਤੇ ਕੱਪੜੇ ਪਾਉਣੇ, ਨਾ ਉਹਨਾਂ ਨੇ ਬਹੁਤਾ ਘੁੰਮਣਾ। ਇਸ ਕਰਕੇ ਦੁਨਿਆਵੀ ਪਦਾਰਥ ਨੂੰ ਜ਼ਰੂਰ ਉਹਦੀ ਹਾਰ ਹੈ, ਇਸ ਵੱਲ ਵੇਖਣ 'ਚ ਵੇਖੀਏ, ਪਰ ਅੰਤ ਵੇਲੇ ਉਹ ਜਿੱਤ ਕੇ ਜਾਂਦੇ ਸੰਸਾਰ ਤੋਂ। ਤਾਂ ਮਹਾਰਾਜ ਕਹਿੰਦੇ ਗੁਰਮੁਖ ਬਣੋ, ਅੰਤ ਨੂੰ ਹਾਰੋਗੇ ਨਹੀਂ ਤੁਸੀਂ। ਦਿਵਸ ਦੁਆਦਸ਼ੀ ਤਿਥੀ ਬਿਤਾਈ, ਇਸ ਤਰ੍ਹਾਂ ਸੰਗਤਾਂ ਦਰਸ਼ਨ ਦੇਂਦਿਆਂ ਉਪਦੇਸ਼ ਕਰਦਿਆਂ 12ਵੀਂ ਥਿਤ ਬਿਤਾਈ ਬਤੀਤ ਕੀਤੀ ਹੈ। ਤ੍ਰੋਦਸ਼ਮੀ ਮਹਿਕੀਨ ਚੜਾਈ, ਜਦੋਂ 13ਵੀਂ ਥਿਤ ਚੜੀ ਹੈ, 13ਵੇਂ ਥਿਤ ਚੰਦਰਮਾ ਦੇ ਦਿਨ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਨੇ ਫਿਰ ਚੜਾਈ ਕੀਤੀ, ਭਾਵੇਂ ਚਾਲਾ ਮਾਰ ਲਿਆ ਹੈ। ਆਦਿਕ ਧੁਨੀ ਧੌਂਸਾ ਧੁੰਕਾਰਾ, ਸਤਿਗੁਰੂ ਕਾ ਇਹ ਬਹੁਤ ਵੱਡਾ ਸਿਧਾਂਤ ਸੀ। ਮਾਰਗ ਜੰਗੀ ਯੋਧੇ ਸਨ ਸਤਿਗੁਰੂ ਸੱਚੇ ਪਾਤਸ਼ਾਹ, ਸੂਰੇ ਬਹੁਤ ਮਹਾਨ। ਜਿਸ ਕਰਕੇ ਜਦੋਂ ਚੱਲੇ ਨਾ ਧੌਂਸਿਆਂ ਦੀ ਧੁੰਕਾਰਾਂ ਹੋਈਆਂ, ਧੁਨੀਆਂ ਵੱਜੀਆਂ, ਨਗਾਰੇ ਵੱਜੇ ਬੜੀ ਜ਼ੋਰ ਦੇ ਨਾਲ। ਤਤ ਛਿਨ ਦਲ ਤਿਆਗ ਵੈ ਸਾਰਾ, ਨਗਾਰੇ ਵੱਜਦਿਆਂ ਭਾਵ ਤਿਆਰੀ ਪੂਰੀ ਹੋ ਗਈ, ਜਿਸ ਕਰਕੇ ਗੁਰੂ ਕਾ ਸਾਰਾ ਹੀ ਦਲ ਭਾਵ ਸਿੱਖ ਸੰਗਤ ਸਾਰੀ ਫੌਜ ਤਿਆਰ ਬਰ ਤਿਆਰ ਹੋ ਗਈ ਹੈ। ਜਹਾਂਗੀਰ ਉਤ ਚੜ ਕਰ ਚਾਲਾ, ਉਧਰ ਜਹਾਂਗੀਰ ਵੀ ਆਪਣੇ ਸਵਾਰੀ ਉੱਪਰ ਚੜ ਕੇ ਤੇ ਉਹਨੇ ਚਾਲਾ ਮਾਰ ਲਿਆ ਹੈ। ਮਾਨਵ ਚਲੇ ਹਜ਼ਾਰ ਨਾਲਾ, ਇਹ ਹੁਣ ਬਾਦਸ਼ਾਹ ਹੈ, ਜਿਸ ਕਰਕੇ ਦੀ ਫੌਜਾਂ ਬਹੁਤ ਹੈ, ਇੱਕ ਨਹੀਂ ਦੋ ਨਹੀਂ ਹਜ਼ਾਰਾਂ ਦੀ ਗਿਣਤੀ ਨਾਲ ਹੈ। ਤਬ ਜੇਠਾ ਮਨ ਮਾਹ ਵਿਚਾਰੇ, ਇੱਧਰ ਭਾਈ ਜੇਠਾ ਦੇ ਧਿਆਨ ਦੇ ਚੰਦੂ ਵਾਲੀ ਹੈ ਵੀ ਚੰਦੂ ਨਾ ਕਿਤੇ ਛੁੱਟ ਕੇ ਚਲਿਆ ਜਾਵੇ, ਜਿਸ ਕਰਕੇ ਭਾਈ ਜੇਠਾ ਮਨ ਵਿੱਚ ਵਿਚਾਰਦਾ ਹੈ। ਚੰਦੂ ਕੋ ਗੁਰ ਨਹੀਂ ਨਿਹਾਰੈ, ਉਹਨੂੰ ਛਪਾ ਛਪਾ ਕੇ ਭਾਈ ਜੇਠਾ ਰੱਖਦੇ ਆ, ਕਿਤੇ ਚੰਦੂ ਨੂੰ ਸਤਿਗੁਰੂ ਮਹਾਰਾਜ ਨਾ ਕਿਤੇ ਦੇਖ ਲੈਣ। ਮਹਾ ਕਿਰਪਾਲ ਸੁਭਾਵ ਜੇ ਦੇਖੈ, ਉਹ ਕਿਉਂ ਲੁਕਾਉਂਦੇ? ਕਹਿੰਦੇ ਸਤਿਗੁਰੂ ਜੀ ਦਾ ਸੁਭਾਅ ਦੇ ਕਿਰਪਾਲੂ ਦਿਆਲੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ ਬੜਾ ਨਿਮਰਤਾ ਵਾਲਾ ਗਰੀਬੀ ਵਾਲਾ ਹੈ। ਕਿਤੇ ਜੇ ਕਿਤੇ ਦੇਖ ਲਿਆ ਇਸ ਚੰਦੂ ਨੂੰ, ਨਹੀਂ ਛੁਟਾਏ ਦੇ ਅਵਰੇਖੈ, ਕਿਤੇ ਵੇਖ ਕੇ ਮਹਾਰਾਜ ਛੁਡਾ ਹੀ ਨਾ ਦੇਣਗੇ। ਚਲੋ ਭਾਈ ਜੇਠਾ ਜੀ ਬਸ ਕਰੋ, ਬਹੁਤ ਹੋ ਗਈ ਆ, ਜੁੱਤੀਆਂ ਬਥੇਰੀਆਂ ਵੱਜ ਗਈਆਂ, ਇਹਨੂੰ ਕੁੱਤਿਆਂ 'ਚ ਧੂ ਵੀ ਲਿਆ ਹੈ, ਚਲੋ ਬਸ ਕਰੀਏ ਹੁਣ। ਤੇ ਇਸ ਕਰਕੇ ਉਹ ਭਾਈ ਜੇਠਾ ਜੀ ਵਿਚਾਰ ਕੇ ਨਾ ਵੀ ਗੁਰੂ ਸਾਹਿਬ ਵੇਖ ਨਾ ਲੈਣ, ਜਿਸ ਕਰਕੇ ਲੁਕਾਉਂਦੇ ਫਿਰਦੇ ਆ, ਉਹਲੇ ਕਰਦੇ ਫਿਰਦੇ ਹੈ। ਚੰਡਾਲਨ ਕੋ ਸਿੱਖ ਸਿਖਾਈ, ਇਸ ਤਰ੍ਹਾਂ ਵਿਚਾਰ ਕੇ ਜੇ ਚੰਡਾਲ ਨਾਲ ਇਕੱਠੇ ਹੋਏ ਸੀ ਕੁੱਟਣ ਮਾਰਨ ਵਾਲੇ, ਉਹਨਾਂ ਨੂੰ ਇਹ ਸਿੱਖਿਆ ਸਿਖਾਈ, ਇਹ ਪੱਟੀ ਪੜ੍ਹਾਈ ਭਾਈ ਜੇਠੇ ਨੇ। ਚੰਦੂ ਸਵਾਨਨ ਸਾਥ ਮਿਲਾਈ, ਕਿਆ ਭਾਈ ਇੰਜ ਕਰੋ, ਇਹ ਜਿਹੜਾ ਚੰਦੂ ਦੁਸ਼ਟ ਆ ਨਾ, ਇਹਨੂੰ ਕੁੱਤਿਆਂ ਦੇ ਨਾਲ ਮਿਲਾ ਦਿਓ, ਭਾਵ ਓਲੇ ਮਹਾਰਾਜ ਤੋਂ ਪਰੋਖਾ ਜਿਹਾ ਕਰ ਦਿਓ ਇਸ ਨੂੰ। ਗੁਰ ਕੀ ਦ੍ਰਿਸ਼ਟ ਬਚਾ ਬਤਾਵੋ, ਗੁਰੂ ਦੀ ਦ੍ਰਿਸ਼ਟੀ ਦੀ ਜਿਹੜੇ ਭਾਵ ਗੁਰੂ ਦੀ ਕਿਤੇ ਨਿਗਾਹ ਨਾ ਪੈ ਜੇ ਇਸ ਉੱਪਰ, ਮਹਾਰਾਜ ਦੀ ਕਿਤੇ ਦ੍ਰਿਸ਼ਟੀ ਨਾ ਇੱਧਰ ਹੋ ਜੇ, ਬਚਾ ਬਚਾ ਕੇ ਇਹਨੂੰ ਲੈ ਕੇ ਆਈ ਜਾਓ। ਡੇਰਾ ਦੂਰ ਕਰੋ ਇਸ ਥਾਵ ਕਿ ਤੁਸੀਂ ਵੀ ਬਹੁਤਾ ਨੇੜੇ ਨਾ ਮਹਾਰਾਜ ਜੀ ਪਾਸ ਆਓ, ਥੋੜਾ ਜਿਹੜਾ ਆਪਣਾ ਟਿਕਾਣਾ ਡੇਰਾ ਉਹ ਵੀ ਦੂਰ ਦੂਰ ਹੀ ਰੱਖੋ, ਭਾਵ ਪਿੱਛੇ ਪਿੱਛੇ ਹੋ ਕੇ ਆਓ। ਏਮ ਕਹਿ ਕਰ ਸੰਗਰੀ ਗਰ ਡਾਰੀ, ਇਉਂ ਕਹਿ ਕੇ ਬਸ ਕਹਿ ਦੀ ਦੇਰ ਸੀ, ਚੰਡਾਲ ਦੇ ਪਹਿਲਾਂ ਤਿਆਰ ਬੈਠੇ ਸਨ। ਕਹਿੰਦੇ ਉਹ ਇੱਕ ਸੰਗਲੀ ਜਿਹੜੀ ਫੜੀ ਹੈ ਤੇ ਇਹ
ਚੰਦੂ ਦੇ ਗਲ ਵਿੱਚ ਪਾ ਦਿੱਤੀ, ਜਿਵੇਂ ਕਿ ਕੁੱਤੇ ਨੂੰ ਸੰਗਲੀ ਪਾਈ ਦੀ ਹੈ। ਨਰ ਸ਼ੋਰੇ ਗਨ ਖਲ ਰਖਵਾਰੀ। ਤੇ ਜਿਹੜੇ ਇਹ ਮੂਰਖ ਦੀ ਰਖਵਾਲੀ ਕਰਨ ਵਾਸਤੇ ਵੀ ਕਿਤੇ ਹਫਲਿਆ ਹਲਕਾਏ ਕੁੱਤੇ ਵਾਂਗ ਦੇ ਭੱਜ ਭੂਜੀ ਨਾ ਜਾਏ, ਜਿਸ ਕਰਕੇ ਬਹੁਤ ਰਖਵਾਲੇ ਛੱਡੇ ਹੋਏ ਇਸ ਉੱਪਰ। ਆਪ ਮਿਲਿਓ ਗੁਰ ਕੇ ਸੰਗ ਜਾਈ। ਤੇ ਭਾਈ ਜੇਠਾ ਇਸ ਤਰ੍ਹਾਂ ਕਹਿ ਕਰਕੇ ਤੇ ਆਪ ਸਤਿਗੁਰੂ ਮਹਾਰਾਜ ਜੀ ਨਾਲ ਜਾ ਰਲਿਆ ਹੈ, ਮਿਲਿਆ ਹੈ। ਬੱਜਤ ਨਿਸ਼ਾਨ ਚਲਤ ਅਗਵਾਈ। ਅੱਗੇ ਅੱਗੇ ਜਿਹੜੇ ਧੌਂਸੇ ਨਗਾਰੇ ਆ ਉਹ ਵੱਜਦੇ ਜਾਂਦੇ ਹਨ। ਦਿਨ ਪ੍ਰਤ ਕੂਚ ਮੁਕਾਮ ਕਰਨ ਤੇ। ਦਿਨ ਸਾਰਾ ਹੀ ਜਿਹੜਾ ਦਲ ਉਹ ਚੱਲਦਾ ਜਾਂਦਾ ਹੈ, ਰਾਤ ਪੈਂਦੀ ਹੈ ਤੇ ਟਿਕਾਣਾ ਕਰ ਲੈਂਦੇ, ਮੁਕਾਮ ਕਰ ਲੈਂਦੇ ਹੈ। ਕਬ ਕਬ ਗੁਰ ਅਰਸ਼ਾਹ ਮਿਲਨ ਤੇ। ਇਸ ਪ੍ਰਕਾਰ ਕਦੀ ਕਦੀ ਤੇ ਜਿਹੜੇ ਗੁਰੂ ਮਹਾਰਾਜ ਅੱਗੇ ਚਲੇ ਜਾਂਦੇ ਤੇ ਬਾਦਸ਼ਾਹ ਪਿੱਛੋਂ ਮਿਲ ਜਾਂਦਾ ਜਾ ਕੇ, ਕਦੀ ਬਾਦਸ਼ਾਹ ਦਾ ਦਲ ਅੱਗੇ ਚਲਿਆ ਜਾਂਦਾ, ਸਤਿਗੁਰੂ ਪਿੱਛੋਂ ਜਾ ਕੇ ਮਿਲ ਜਾਂਦੇ ਹੈ। ਅਨੇਕ ਖੁਸ਼ੀ ਕੀ ਬਾਤਨ ਕਰਤੇ। ਜਿਸ ਕਰਕੇ ਆਪੋ ਵਿੱਚ ਹੀ ਮਿਲ ਕੇ ਅਨੇਕਾਂ ਤਰ੍ਹਾਂ ਦੀ ਖੁਸ਼ੀਆਂ ਦੀਆਂ ਗੱਲਾਂ ਕਰਦੇ ਹੈ। ਚਲੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਸੋਂ ਕਿਤੇ ਕੁਝ ਲੁਕਿਆ ਛਿਪਿਆ ਨਹੀਂ ਹੈ। ਸਤਿਗੁਰੂ ਮਹਾਰਾਜ ਦੇ ਪਿਛਲੇ ਸਮੇਂ ਨੂੰ ਵੀ ਜਾਣਦੇ ਆ, ਜੋ ਚੱਲ ਰਿਹਾ ਉਹਨੂੰ ਵੀ ਜਾਣਦੇ, ਜੋ ਅੱਗੇ ਹੋਣਾ ਉਹਨੂੰ ਵੀ ਜਾਣਦੇ ਹੈ। ਇਹ ਬਾਦਸ਼ਾਹ ਗੁਰੂ ਮਹਾਰਾਜ ਨਾਲ ਆਪਣੀ ਭੁੱਲ ਬਖਸ਼ਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਭਾਵੇਂ ਬੇਸ਼ੱਕ ਕਰਦਾ ਹੈ, ਤੇ ਕਵੀ ਸਾਹਿਬ ਜੀ ਵੱਲੋਂ ਵੀ ਇਸ ਨੂੰ ਇਹੀ ਬਹੁਤਾ ਸਾਬਤ ਕੀਤਾ ਜਾਂਦਾ ਵੀ ਇਹ ਨਿਰਦੋਸ਼ ਹੈ। ਪਰ ਸਾਧ ਸੰਗਤ ਜੀ, ਇਹ ਪੂਰਾ ਦੋਸ਼ੀ ਇਹੀ ਹੈ ਜਹਾਂਗੀਰ ਹੀ, ਜਿਸ ਨੇ ਸਤਿਗੁਰੂ ਜੀ ਨੂੰ ਚੰਦੂ ਦੇ ਘਰ ਪਹੁੰਚਾ ਕੇ ਤੇ ਬਾਅਦ ਵਿੱਚ ਪੁੱਛਿਆ ਤੱਕ ਨਹੀਂ ਵੀ ਮਹਾਰਾਜ ਹੈ ਕਿੱਥੇ ਹੈ। ਫਿਰ ਇਹ ਗੱਲਾਂ ਕਰਦਾ ਸੀ, ਕਹਿੰਦਾ ਵੀ ਇਹ ਜੋ ਮੇਰੀ ਇਹਨਾਂ ਦੀ ਅੱਖ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਉੱਪਰ, ਇਹਨਾਂ ਨੇ ਜਿਹੜੀ ਦੁਕਾਨ ਖੋਲੀ ਉਹ ਬੰਦ ਕਰਾਉਣੀ ਚਾਹੁੰਦਾ ਹਾਂ, ਕਿਉਂਕਿ ਇਹਨੂੰ ਡਰ ਸੀ ਵੀ ਮੈਂ ਸਾਰੇ ਮੁਸਲਮਾਨ ਬਣਾਉਣੇ ਆ। ਹਰੇਕ ਨੂੰ ਹੀ ਹੁੰਦਾ ਵੀ ਬਸ ਸਾਡੀ ਬੋਲਦਾ ਹੋਵੇ। ਤੇ ਕਹਿੰਦਾ ਵੀ ਜਿਹੜਾ ਸਿੱਖੀ ਦੇ ਪ੍ਰਚਾਰ ਹੋ ਕੇ ਤੇ ਬਹੁਤੇ ਲੋਕ ਜਿਹੜੇ ਇੱਥੇ ਜੁੜ ਰਹੇ ਆ ਗੁਰੂ ਅਰਜਨ ਦੇਵ ਜੀ ਨਾਲ, ਇਸ ਕਰਕੇ ਮੈਂ ਇਹਨਾਂ ਦੀ ਦੁਕਾਨ ਬੰਦ ਕਰਾਉਣੀ ਚਾਹੁੰਦਾ ਹਾਂ। ਇਹਨੇ ਇੱਕ ਤੁਜ਼ਕੇ ਜਹਾਂਗੀਰੀ ਜਿਹੜਾ ਹੈ ਉਹ ਵੀ ਲਿਖਿਆ ਹੈ ਗ੍ਰੰਥ, ਉਹਦੇ ਵਿੱਚ ਇਹ ਸਾਰੀ ਵਿਚਾਰ ਆਉਂਦੀ ਹੈ। ਭਾਵੇਂ ਪੂਰਾ ਦੋਸ਼ੀ ਸੀ ਇਹ ਜਹਾਂਗੀਰ, ਇਹ ਇਤਿਹਾਸ ਮੁਤਾਬਕ ਸਾਬਤ ਹੁੰਦਾ ਵੀ ਉਹ ਨਿਰਦੋਸ਼ ਹੈ, ਪਰ ਇਹ ਪੂਰਾ ਇਹਦੀ ਚਾਲ ਸੀ। ਇਸ ਨੇ ਮਹਾਰਾਜ ਜੀ ਨੂੰ ਜਿਹੜਾ ਹੈ ਕੈਦ ਕਰਾ ਕੇ ਕਹਿੰਦਾ ਵੀ 2 ਲੱਖ ਰੁਪਈਆ ਮਹਾਰਾਜ ਪਾਸੋਂ ਲੈਣਾ ਹੈ, ਜੇ ਦੇਣਗੇ ਮਾਮਲਾ ਭਰਨਗੇ, ਕਿਉਂਕਿ ਮੇਰੇ ਲੜਕੀ ਨੂੰ ਪਨਾਹ ਦਿੱਤੀ ਹੈ, ਤੇ ਫਿਰ ਤੇ ਜਿਹੜਾ ਹੈ ਠੀਕ ਮਾਰ ਨੂੰ ਛੱਡ ਦੇਣਾ, ਨਹੀਂ ਤੇ ਛੱਡਣਾ ਨਹੀਂ ਹੈ। ਤੇ ਚੰਦੂ ਦੀ ਜਿਹੜੀ ਲੜਕੀ ਸੀ ਉਹਦਾ ਰਿਸ਼ਤਾ ਸਤਿਗੁਰੂ ਜੀ ਨੇ ਸੰਗਤ ਦੇ ਕਹਿਣ ਤੇ ਛੱਡਿਆ ਸੀ, ਕਿਉਂਕਿ ਸੰਗਤ ਦੇ ਸਾਹਮਣੇ ਚੰਦੂ ਜਿਹੜਾ ਬਕੜਵਾਦ ਕਰਦਾ ਸੀ ਵੀ ਜਿਹੜੀ ਹੈ ਚੁਬਾਰੇ ਦੀ ਇੱਟ ਮੋਰੀ ਵਿੱਚ ਲਾਏ, ਗੁਰੂ ਘਰ ਨੂੰ ਛੋਟਾ ਗਿਣਦਾ, ਆਪਣੇ ਆਪ ਨੂੰ ਚੁਬਾਰਾ ਗਿਣਦਾ ਸੀ। ਸੰਗਤ ਨੇ ਬਚਨ ਸੁਣਿਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਦੱਸਿਆ, ਮਹਾਰਾਜ ਇਹ ਦੁਸ਼ਟ ਦਾ ਰਿਸ਼ਤਾ ਨਹੀਂ ਲੈਣਾ, ਗੁਰੂ ਘਰ ਨੂੰ ਛੋਟਾ ਗਿਣਦਾ। ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਜੀ ਬਿਲਕੁਲ ਠੀਕ ਹੈ, ਸਾਡੀ ਤੇ ਕੋਈ ਗੱਲ ਨਹੀਂ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਛੋਟਾ ਨਹੀਂ ਹੈ। ਇਹ ਤੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਇਹਦੇ ਵੱਡਿਆਂ ਤੋਂ ਵੱਡਾ ਸਤਿਗੁਰੂ ਦਾ ਘਰ ਹੈ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਇਸ ਕਰਕੇ ਦੁਸ਼ਟ ਕੀ ਸਮਝਦਾ ਆਪਣੇ ਆਪ ਨੂੰ ਹੀ ਰਿਸ਼ਤਾ ਕਰ ਲਾਂਗੇ ਤਾਂ ਇਹ ਰਿਸ਼ਤਾ ਨਹੀਂ ਲੈਣਾ ਹੈ। ਇਹਨੂੰ ਆਪਣੀ ਰੜਕ ਸੀ, ਜਿਸ ਕਰਕੇ ਆਪਣੀ ਰੜਕ ਕੱਢਣ ਵਾਸਤੇ ਕਹਿੰਦਾ ਰਿਹਾ ਮਹਾਰਾਜ ਇੰਜ ਕਰੋ ਤੁਸੀਂ ਰਿਸ਼ਤਾ ਮੰਨ ਲਓ, ਕੋਈ 2 ਲੱਖ ਰੁਪਏ ਨਹੀਂ ਲਵਾਂਗਾ, ਕੋਈ ਤਸੀਹਾ ਨਹੀਂ ਦਹਾਂਗਾ, ਕਈ ਇਹ ਗੱਲਾਂ ਕਰਦਾ ਰਿਹਾ। ਪਰ ਸਤਿਗੁਰੂ ਮਹਾਰਾਜ ਨੇ ਦੀ ਇੱਕ ਨਾ ਸੁਣੀ। ਮਹਾਰਾਜ ਕਹਿੰਦੇ ਸੰਗਤ ਦਾ ਬਚਨ ਹੈ, ਤੇ ਵੈਸੇ ਵੀ ਤੂੰ ਜੋ ਆਪ ਹੁਜੜੀ ਕਰਦਾ ਸੀ ਤੇਰਾ ਇੱਕ ਬਚਨ ਨਹੀਂ ਮੰਨ ਸਕਦੇ। ਤੇ ਇਹ ਜਹਾਂਗੀਰ ਵੀ ਵਿੱਚ ਹੀ ਜਿਹੜਾ ਇੱਕ ਹੀ ਸੀ। ਇਸ ਕਰਕੇ ਹੁਣ ਆਪਣੇ ਨੂੰ ਨਿਰਦੋਸ਼ ਸਾਬਤ ਕਰਨ ਵਾਸਤੇ ਤੇ ਮਹਾਰਾਜ ਸਾਹਮਣੇ ਮਿੱਠੀਆਂ ਫਿੱਕੀਆਂ ਜੀ ਗੱਲਾਂ ਕਰਦਾ ਹੈ, ਤੇ ਮਹਾਰਾਜ ਜੀ ਨਾਲ ਬੜੇ ਖੁਸ਼ੀ ਗੱਲਾਂ ਜੀ ਕਰਦਾ ਵੀ ਮੇਰਾ ਜਿਹੜਾ ਪਾਜ ਉਗੜੇ ਨਾ, ਪਰ ਸਤਿਗੁਰੂ ਪਾਸੋਂ ਕੋਈ ਲੁਕੀ ਛਿਪੀ ਗੱਲ ਹੈ ਨਹੀਂ ਹੈ। ਕਹਿ ਸੁਨ ਮਿਲ ਕਰ ਆਨੰਦ ਧਰਤੇ। ਇਸ ਤਰ੍ਹਾਂ ਕਹਿ ਸੁਣ ਕੇ ਬਚਨ ਬਿਲਾਸ ਤੇ ਬੜਾ ਆਨੰਦ ਧਰਦਾ ਹੈ। ਜਿਤਿ ਗੁਰੂ ਚਾਹਤ ਮਗ ਚਾਲੇ। ਜਿੰਨਾ ਕੁ ਗੁਰੂ ਮਹਾਰਾਜ ਚਾਹੁੰਦੇ ਨਾ ਰਸਤੇ ਵਿੱਚ ਚੱਲਣਾ, ਮਹਾਰਾਜ ਦੀ ਮੌਜ ਹੈ, ਮਹਾਰਾਜ ਨੂੰ ਕੋਈ ਕਾਹਲੀ ਨਹੀਂ ਹੈ। ਸੱਚੇ ਪਾਤਸ਼ਾਹ ਜਿੰਨਾ ਕੁ ਆਰਾਮ ਦੇ ਨਾਲ ਚੱਲਣਾ ਚਾਹੁੰਦੇ ਹੈ ਰਸਤੇ ਵਿੱਚ, ਤੇ ਤੋ ਸ਼ਾਹ ਚਾਹੇ ਚਲ ਹੈ ਸੁਕਾਲੇ। ਉਹਨਾਂ ਕੀ ਇਹ ਜਹਾਂਗੀਰ ਚੱਲਦਾ ਹੈ ਤੇ ਵੀ ਸੌਖੇ ਚੱਲ ਰਹੇ ਹੈ, ਕੋਈ ਕਾਹਲੀ ਨਹੀਂ ਹੈ ਕਿਸੇ ਨੂੰ। ਇੱਕ ਦਿਨ ਸ਼ਾਹ ਸੰਗ ਗੁਰ ਮਿਲੇ। ਇੱਕ ਦਿਨ ਦੀ ਗੱਲ ਹੈ, ਕਹਿੰਦੇ ਜਹਾਂਗੀਰ ਦੇ ਨਾਲ ਸਤਿਗੁਰੂ ਜੀ ਆਪ ਹੀ ਆਣ ਮਿਲੇ ਐ। ਬਚਨ ਬਿਲਾਸ ਬਖਾਨੇ ਭਲੇ। ਤੇ ਬਚਨ ਬਿਲਾਸ ਜਿਹੜੇ ਬੜੇ ਚੰਗੇ ਕੀਤੇ, ਭਾਵ
ਕੋਈ ਵੀ ਇਹੋ ਜਿਹਾ ਬਚਨ ਨਹੀਂ ਕੀਤਾ ਜਿਹਦੇ ਨਾਲ ਐਂ ਲੱਗੇ ਵੀ ਕੋਈ ਬੌੜਤਾ ਕਰ ਰਿਹਾ, ਉੱਚੀ ਨੀਵੀਂ ਗੱਲ ਕਰ ਰਿਹਾ ਹੈ। ਚੰਗੇ ਚੰਗੇ ਬਚਨ, ਸ੍ਰੇਸ਼ਟ ਬਚਨ ਕੀਤੇ ਹੈ। ਬੇਗਮ ਕੇ ਸਮੀਪ ਸ਼ੁਭ ਡੇਰੇ। ਇੱਧਰ ਜਿਹੜੇ ਜਹਾਂਗੀਰ ਦੀਆਂ ਬੇਗਮਾਂ ਸੀ, ਉਹਨਾਂ ਦੇ ਜਿਹੜੇ ਟਿਕਾਣੇ, ਡੇਰੇ, ਤੰਬੂ ਵੀ ਨੇੜੇ ਲੱਗੇ ਹੋਏ ਸੀ। ਚਿਖਨ ਝਰੋਖੇ ਲਗੇ ਘਨੇਰੇ। ਜਿਸ ਕਰਕੇ ਉਹ ਤੰਬੂਆਂ ਵਿੱਚ ਚਿਖਨ ਦੇ ਜਿਹੜੇ ਝਰੋਖੇ ਉਹ ਬੜੇ ਬਹੁਤੇ ਲੱਗੇ ਹੋਏ, ਭਾਵ ਉਹ ਤੰਬੂਆਂ ਵਿੱਚ ਥੋੜੀ ਥੋੜੀ ਥਾਂ ਜੀ ਰੱਖੀ ਹੋਈ ਹੈ ਬਾਹਰ ਦੇਖਣ ਨੂੰ, ਹਵਾ ਹੁਵਾਉਣ ਨੂੰ। ਮਖਮਲ ਜਰੀ ਝਾਲਰਨ ਲੜਕੀ। ਤੇ ਮਖਮਲ ਰੇਸ਼ਮ ਤੇ ਜਰੀਦਾਰ ਦੀਆਂ ਝਾਲਰਾਂ ਲਮਕੀਆਂ ਹੋਈਆਂ ਸਨ ਤੰਬੂਆਂ ਨੂੰ। ਚੋਬ ਸੁਚਾਂਦੀ ਚਾਮੀ ਕਰਕੀ। ਜੇ ਚੋਬਾਂ ਵੀ ਉਹ ਵੀ ਚਾਂਦੀ ਤੇ ਸੋਨੇ ਦੀਆਂ ਸਨ, ਲਮਕੀਆਂ ਹੋਈਆਂ ਵੀ ਲਾਈਆਂ ਹੋ, ਤੇ ਉੱਥੇ ਪਹਿਰੇਦਾਰੀ ਚੋਬਾਂ ਲੈ ਕੇ ਖੜੇ ਸਨ ਇਹੋ ਜੀਆਂ। ਹੀਰੇ ਮੁਕਰ ਸੁਮੁਕਤਾ ਲਾਗੇ। ਜਿਨ੍ਹਾਂ ਚੋਬਾਂ ਦੇ ਵਿੱਚ ਹੀਰੇ ਤੇ ਸ਼ੀਸ਼ੇ ਛੋਟੇ ਛੋਟੇ ਤੇ ਮੋਤੀ ਲੱਗੇ ਹੋਏ ਸਨ। ਜਗਮਗ ਚਮਤਕਾਰ ਦੁੱਤ ਜਾਗੇ। ਜੋ ਜਗਮਗ ਤੇ ਬੜੇ ਚਮਕ ਰਹੇ ਹੈ, ਜਿਨ੍ਹਾਂ ਦੀ ਸੋਭਾ ਬੜੀ ਜਾਗ ਰਹੀ ਹੈ, ਭਾਵ ਪ੍ਰਕਾਸ਼ ਹੋ ਰਹੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਜਹਾਂਗੀਰ ਨੂੰ ਮਿਲਣ ਗਏ ਹੈ, ਤੇ ਬੇਗਮਾਂ ਨੇ ਜਿਹੜਾ ਹੈ ਉਹ ਜਹਾਂਗੀਰ ਵੱਲ ਵੇਖਿਆ, ਆਪਣੇ ਜਿਹੜੇ ਨੌਕਰ ਖਲੋਤੇ ਉਹਨਾਂ ਵੱਲ ਵੇਖਿਆ। ਜਦੋਂ ਨਿਗਾਹ ਉਹਨਾਂ ਦੀ ਸਤਿਗੁਰੂ ਵੱਲ ਪਈ ਹੈ, ਤੇ ਸਾਧ ਸੰਗਤ ਜੋ ਉਹਨਾਂ ਦੇ ਮਨ ਲੁਭਾਏਮਾਨ ਹੋ ਗਏ, ਭਾਵ ਗੁਰੂ ਕਾ ਸਰੂਪ ਹੀ ਐਸਾ। ਅੱਜ ਦੁਨੀਆ ਕਿੰਨੀ ਆ, ਕਈਆਂ ਸਰੀਰ ਆਪਾਂ ਜਦੋਂ ਕੁਦਰਤ ਵੇਖਦੇ ਹਾਂ ਪਰਮੇਸ਼ਰ ਦੀ, ਤੇ ਆਪਾਂ ਵੇਖ ਕੇ ਹੈਰਾਨ ਹੋ ਜਾਂਦੇ ਵੀ ਕਿੰਨੇ ਸੋਹਣੇ ਫੁੱਲ ਹੈ, ਕਿੰਨੀ ਸੁੰਦਰਤਾ ਹੈ, ਕਿੰਨਾ ਸੋਹਣਾ ਆਕਾਸ਼ ਹੈ। ਪਰ ਜਿੱਥੇ ਪਰਮੇਸ਼ਰ ਆਪ ਹੀ ਸਰੀਰ ਧਾਰ ਕੇ ਆਇਆ ਹੋਵੇ, ਉੱਥੇ ਆਪਾਂ ਕੀ ਕਹਿ ਸਕਦੇ ਵੀ ਕਿੰਨੀ ਸ਼ੋਭਾ ਹੋਊਗੀ ਸਰੀਰ ਦੀ, ਕਿੰਨੇ ਸਰੂਪ ਦੀ ਸ਼ੋਭਾ ਹੋਊਗੀ ਉੱਥੇ। ਤੇ ਜੈਸੀ ਉਪਮਾ ਮਹਾਰਾਜ ਦੀ ਆਪਾਂ ਕੋਈ ਦੇ ਨਹੀਂ ਸਕਦੇ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਇਸ ਤਰ੍ਹਾਂ ਮਹਾਰਾਜ ਦਾ ਸੁੰਦਰ ਸਰੂਪ ਹੈ। ਦੇਖ ਕੇ ਬੇਗਮਾਂ ਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਕਰਨਾ ਚਾਹੁੰਦੀਆਂ, ਦਰਸ਼ਨ ਕਰਨਾ ਚਾਹੁੰਦੀਆਂ, ਤੇ ਜਹਾਂਗੀਰ ਨੂੰ ਕਹਿੰਦੀਆਂ ਵੀ ਆਪਣੇ ਪੀਰ ਨਾਲ ਸਾਨੂੰ ਮਿਲਾ, ਅਸੀਂ ਵੀ ਦਰਸ਼ਨ ਕਰਨਾ ਚਾਹੁੰਦੀਆਂ। ਫਿਰ ਜਹਾਂਗੀਰ ਜਿਵੇਂ ਖੇਡਦਾ ਵੀ ਵੇਖੋ ਮੈਂ ਤੇ ਰਾਜਾ ਹੋ ਕੇ ਬੜਾ ਕਾਮਵਸ ਹਾਂ, ਵੇਖੋ ਗੁਰੂ ਸਾਹਿਬ ਵੀ ਕਿਤੇ ਕਾਮ ਦੇ ਵਾਸਤੇ ਵਿਸ਼ੇ ਅਧੀਨ ਹੈ ਕਿ ਨਹੀਂ ਅਧੀਨ ਹੈ। ਫਿਰ ਜਿਵੇਂ ਉਹ ਆਪਣੀ ਬੇਗਮਾਂ ਨੂੰ ਭੇਜਦਾ ਹੈ, ਉਹ ਪ੍ਰਸੰਗ ਅੱਗੇ ਆਵੇਗਾ, ਉਹ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ। ਅੱਜ ਇੱਥੇ ਹੀ ਜਿਹੜੀ ਕਥਾ ਦੀ ਵਿਚਾਰਾਂ ਦੀ ਸਮਾਪਤੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਾਸ ਰੋਮ ਰੋਮ ਕਰਕੇ ਧੰਨਵਾਦੀ ਹੈ, ਜਿਸ ਸਤਿਗੁਰ ਦੀ ਕਿਰਪਾ ਸਦਕਾ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸੰਤ ਬਾਬਾ ਰਾਮ ਸਿੰਘ ਜੀ, ਪੰਜ ਪਿਆਰੇ ਸਾਹਿਬਾਨ, ਸਮੂਹ ਸੱਚਖੰਡ ਬੋਰਡ, ਗੁਰੂ ਘਰ ਦੇ ਸੇਵਕ, ਸਿੱਖ, ਪੁਜਾਰੀ, ਸੇਵਾਦਾਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਗੁਰੂ ਚਰਨਾਂ ਵਿੱਚ ਐਸਾ ਸਮਾਂ ਪ੍ਰਾਪਤ ਹੁੰਦਾ ਹੈ। ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣਾ। ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਜਾਚ ਆ ਜਾਵੇ, ਜਿਸ ਕਰਕੇ ਸਾਡਾ ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਦਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ। ਹੀਰੇ ਮੁਕਰ ਸੁਮੁਕਤਾ ਲਾਗੇ, ਜਗਮਗ ਚਮਤਕਾਰ ਦੁੱਤ ਜਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੋਤ